ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ ਬਹੁਤ। ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਚਰਚਾ ਜਿਹੜੀ ਛਿੜ ਗਈ ਆ ਕਿ ਕਮਜ਼ੋਰ ਮੁੱਖ ਮੰਤਰੀ ਤੇ ਤਾਕਤਵਰ ਮੁੱਖ ਮੰਤਰੀ, ਕਮਜ਼ੋਰ ਮੁੱਖ ਮੰਤਰੀ ਦੇ ਆਪਣੇ ਤੌਰ ਤਰੀਕੇ ਦੱਸੇ ਜਾ ਰਹੇ ਨੇ, ਤਾਕਤਵਰ ਦੇ ਆਪਣੇ, ਪਿੱਛੋਂ ਕਹਿੰਦੇ ਬਾਹ ਵੀ ਮਰੋੜ ਦਿੱਤੀ ਜਾਂਦੀ ਹੈ। ਪਰ ਪੰਜਾਬ ਦੇ ਵਿੱਚ ਕਹਿੰਦੇ ਤਬਦੀਲੀ ਜੇ ਲਿਆਉਣੀ ਹੈ ਤਾਂ ਹਾਈ ਕਮਾਂਡ ਕਲਚਰ ਨੂੰ ਵੀ ਦੂਰ ਕਰਨਾ ਪੈਣਾ ਆ। ਇਸ ਚਰਚਾ ਦੇ ਉੱਤੇ ਤੁਹਾਡਾ ਕੀ ਮੰਨਣਾ ਹੈ? ਜਦੋਂ ਅੱਜ ਇੱਕ ਪਾਸੇ ਤਾਂ ਐਸਸੀ ਫੇਸ ਦਲਿਤ ਮੁੱਖ ਮੰਤਰੀ ਕਹਿ ਲਓ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ, ਤੇ ਤੀਜਾ ਸਭ ਤੋਂ ਵੱਡਾ ਫੈਕਟਰ ਜਿਹੜਾ ਮਾਫੀਆ ਰਾਜ ਦਾ, ਜਿਹਦੇ ਉੱਤੇ ਲਗਾਤਾਰ ਜਿਹੜੀ ਉਹ ਚਰਚਾ ਹੋਰ ਅੱਗੇ ਵਧਾਉਣੀ ਚਾਹੀਦੀ ਹੈ। ਦੇਖੋ ਸੁਖਵਿੰਦਰ ਜੀ, ਮੈਨੂੰ ਤਾਂ ਕਹਾਂਗਾ ਵੀ ਪੰਜਾਬ ਦਾ ਇੱਕ ਦੁਖਾਂਤ ਹੈ। ਪੰਜਾਬ ਕਦੇ ਥੱਲੇ ਨਹੀਂ ਲੱਗਿਆ ਸੀ, ਇਹ ਪਿਛਲੇ 30 ਸਾਲਾਂ 'ਚ ਬਿਲਕੁਲ ਥੱਲੇ ਲੱਗਣ ਲੱਗ ਗਿਆ, ਚਾਹੇ ਉਹ ਕਿਸੇ ਵੀ ਪਾਰਟੀ ਦੀ ਹਾਈ ਕਮਾਂਡ ਕਲਚਰ ਹੋਵੇ। ਇੱਕ ਤਾਂ ਇਹ ਸਮੱਸਿਆ ਹੈ। ਜੇ ਦਿੱਲੀੋਂ ਫੈਸਲੇ ਹੋਣੇ ਨੇ ਤਾਂ ਪੰਜਾਬ ਦਾ ਕੰਮ ਔਖਾ ਹੈ। ਪਰ ਫਿਰ ਵੀ ਵੱਡੀ ਗੱਲ ਇਹ ਹੈ ਵੀ ਜਿਹੜੇ ਪੰਜਾਬ ਦੇ ਅੰਦਰ ਵੀ ਨੇ, ਜੇ ਪੰਜਾਬ 'ਚ ਵੀ ਇੱਕ ਪਾਰਟੀ ਰਾਜ ਕਰਦੀ ਆ, ਉਹਦਾ ਮੁਖੀ ਜੋ ਮਰਜ਼ੀ ਫੈਸਲੇ ਕਰਦਾ, ਫਿਰ ਵੀ ਗੱਲ ਤਾਂ ਉਹੀ ਰਹਿਣੀ ਹੈ। ਉਹਦੇ 'ਚੋਂ ਅੱਛਾ ਉਹਦੇ ਵੀ ਫੈਸਲੇ ਦਿੱਲੀੋਂ, ਕਿਉਂਕਿ ਉਹ ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਨਾਲ ਹੀ ਜੁੜੇ ਹੋਏ ਨੇ। ਕਿਉਂਕਿ ਪੰਜਾਬ ਦਾ ਸਿਆਸਤਦਾਨ ਜਿਹੜਾ ਵਪਾਰੀ ਬਣ ਗਿਆ, ਸਭ ਤੋਂ ਵੱਡੀ ਗੱਲ ਇਹ ਦੇਖਣ ਦੀ ਲੋੜ ਹੈ, ਜਿਹੜੇ ਵੀ ਸਿਆਸਤਦਾਨ ਅੱਜ ਲੀਡ ਕਰਨ ਨੂੰ ਫਿਰਦੇ ਨੇ, ਜੇ ਉਹ ਵਪਾਰੀ ਨੇ, ਜਾਇਦਾਦ ਇਕੱਠੀ ਕਰਦੇ ਨੇ। ਪਿਛਲੇ 10-20 ਸਾਲਾਂ 'ਚ ਉਹਨਾਂ ਨੇ 1000 ਕਰੋੜ ਦੀ, 500 ਕਰੋੜ ਦੀ, 1500 ਕਰੋੜ ਦੀ, 2500 ਕਰੋੜ ਦੀ, 50,000 ਕਰੋੜ ਦੀ ਜਾਇਦਾਦ ਇਕੱਠੀ ਕਰੀ ਹੈ। ਤੇ ਸਮਝ ਲਓ ਦਿੱਲੀ ਦੇ ਥੱਲੇ ਲੱਗੇ ਰਹਿਣਗੇ, ਕਿਉਂਕਿ ਦਿੱਲੀ ਉਹਨਾਂ ਦੇ ਛਾਪੇ ਮਾਰੇਗੀ, ਦਿੱਲੀ ਉਹਨਾਂ ਨੂੰ ਦਬਾ ਕੇ ਰੱਖੇਗੀ। ਉਹਨਾਂ ਦਾ ਬਿਜ਼ਨਸ ਇੰਟਰਸਟ ਹੈ। ਪਹਿਲੀ ਗੱਲ ਤਾਂ ਉਹ, ਚਾਹੇ ਉਹ ਸਿਆਸਤਦਾਨ MLA ਹੈ, ਚਾਹੇ ਉਹ ਮਿਨਿਸਟਰ ਹੈ, ਚਾਹੇ ਚੀਫ ਮਿਨਿਸਟਰ ਹੈ। ਸੋ ਪੰਜਾਬ ਦੇ ਵਿੱਚ ਦੁਖਾਂਤ ਇਹ ਵੀ ਬਹੁਤ ਸਾਰੇ ਮਿਨਿਸਟਰ, ਚੀਫ ਮਿਨਿਸਟਰ, ਉਹ ਸਾਰੇ ਦੇ ਸਾਰੇ ਵਪਾਰੀ ਨੇ। ਤੇ ਜਿਹੜੇ ਪ੍ਰੋਸਪੈਕਟਿਵ ਕੈਂਡੀਡੇਟ ਇਮਾਨਦਾਰ ਨੇ, ਉਹ ਵੱਖ-ਵੱਖ ਪਾਰਟੀਆਂ 'ਚ ਵੰਡੇ ਹੋਏ ਨੇ, ਉਹ ਇਕੱਠੇ ਨਹੀਂ ਹੋਣ ਨੂੰ ਤਿਆਰ। ਉਹਨਾਂ ਦੀ ਆਪਣੀ ਈਗੋ, ਆਪਣੇ 100 ਮਸਲੇ ਨੇ। ਅੱਜ ਜੇ ਅਸੀਂ ਦੇਖ ਲਈਏ, ਮੈਂ ਸਵੇਰੇ ਬਹੁਤ ਡਿਪਰੈਸ ਹੋਇਆ ਇਹ ਪੜ੍ਹ ਕੇ। ਕਾਂਗਰਸ ਦੀ ਪਾਰਟੀ ਨੇ ਪੂਰੀ ਨੇ ਕਿਹਾ ਵੀ ਜਿਹੜਾ ਚੰਨੀ ਦੇ ਭਤੀਜੇ ਨੇ ਘਪਲਾ ਕਰਿਆ ਏਡਾ ਵੱਡਾ, ਵੀ ਉਹ ਸਾਡੇ ਨਾਲ ਧੱਕਾ ਹੈ, ਈਡੀ ਦਾ ਛਾਪਾ ਧੱਕਾ ਹੈ। ਮੈਂ ਹੈਰਾਨ ਆ ਵੀ 12 ਲੱਖ ਦੀ ਘੜੀ, ਮੇਰੇ ਵਰਗਾ ਬੰਦਾ ਜਿਹਨੂੰ 1,15,000 ਪੈਨਸ਼ਨ ਮਿਲਦੀ ਹੈ, ਉਹ ਤਾਂ ਕਦੇ ਸੋਚ ਨਹੀਂ ਸਕਦਾ ਵੀ 12 ਲੱਖ, ਚਲੋ 1 ਲੱਖ ਦੀ ਘੜੀ ਵੀ ਪਹਿਨਣਾ। ਅਸੀਂ ਤਾਂ ਐਵੇਂ ਇੱਥੇ ਮਤਲਬ ਮਿਲ ਜਾਂਦੀ ਆ 2-3 ਹਜ਼ਾਰ ਦੀ, ਬਸ ਉਹ ਘੜੀ ਪਾਈਦੀ ਹੈ। ਇੱਦਾਂ ਹੀ ਕੱਪੜੇ ਨਹੀਂ ਅਸੀਂ ਕਦੇ ਇਹੋ ਜਿਹੇ ਸੋਚ ਸਕਦੇ। ਤੇ ਉਹ ਕਹਿੰਦੇ ਉਹ ਇਮਾਨਦਾਰ ਬੜਾ ਹੈ। ਪਹਿਲਾਂ ਯੂਥ ਕਾਂਗਰਸ, ਰਵਨੀਤ ਬਿੱਟੂ ਨੇ ਬਿਆਨ ਦਿੱਤਾ ਵੀ ਪਹਿਲਾਂ ਯੂਥ ਕਾਂਗਰਸ 'ਚ ਰਿਹਾ ਜੀ, ਤਾਂ ਇਮਾਨਦਾਰੀ ਬੜਾ ਹੈ। ਇਮਾਨਦਾਰ ਦੇ ਘਰੇ 10 ਕਰੋੜ ਰੁਪਏ ਕਿੱਥੋਂ ਆ ਗਿਆ ਬਈ? ਬਿਲਕੁਲ। ਟਰੱਕਾਂ ਦੇ ਸ਼ਰੇਆਮ ਉਹ ਹੇਰਾਫੇਰੀ ਕਰਦਾ। ਫਿਰ ਉਸਨੂੰ ਵੀ ਚੰਨੀ ਤਾਂ ਜੀ ਬੜਾ ਸ਼ਰੀਫ ਹੈ ਉਹਦੇ ਮੁਕਾਬਲੇ। ਚੰਨੀ ਨੇ ਉਹਨੂੰ ਸਿਕਿਉਰਿਟੀ ਕਿਹਨੇ ਦਿੱਤੀ? ਉਹਨੂੰ ਜਿਹੜੀ ਸਿਕਿਉਰਿਟੀ ਦਿੱਤੀ, ਉਹਦੇ ਤੇ MLA ਦਾ ਸਟਿੱਕਰ ਲੱਗਿਆ ਹੋਇਆ ਹੈ, ਤੇ ਉਹ ਕਿਹਨੇ ਦਿੱਤਾ? ਉਹ ਤਾਂ ਸਰਕਾਰ ਦਾ ਹੈ ਨਾ, ਉਹ ਤਾਂ ਉਹ ਨਹੀਂ ਲੈ ਸਕਦਾ। ਭਤੀਜਾ ਹੋਣ ਦੇ ਨਾਤੇ ਜੇ ਉਹਨੂੰ ਸਿਕਿਉਰਿਟੀ ਮਿਲਦੀ ਹੈ ਤਾਂ ਇਹਦਾ ਮਤਲਬ ਭਤੀਜੇ ਦੇ ਵਪਾਰ ਨਾਲ ਸਾਂਝ ਹੈ ਚੰਨੀ ਦੀ, ਮੰਨੇ ਨਾ ਮੰਨੇ। ਕਹਿਣ ਨੂੰ ਕੀ ਹੈ? ਕਹਿਣ ਨੂੰ ਤਾਂ 2 ਨੰਬਰ 'ਚ ਵਪਾਰ ਕਰਨ ਵਾਲੇ ਇਹੀ ਕਰਦੇ ਨੇ। ਸੋ ਮੈਨੂੰ ਤਾਂ ਐਂ ਲੱਗਦਾ ਹੈ ਵੀ ਅੱਜ ਪੰਜਾਬ ਦੇ ਲੋਕਾਂ ਨੂੰ ਪਹਿਲੀ ਮੰਗ ਇਹ ਕਰਨੀ ਚਾਹੀਦੀ ਵੀ ਇਹਨਾਂ ਸਾਰੇ ਸਿਆਸਤਦਾਨਾਂ ਦੀ, ਠੀਕ ਹੈ ਇਹ ਇਲੈਕਸ਼ਨ ਕਮਿਸ਼ਨਰ ਦੇ ਭਰ ਕੇ ਨੇ ਵੀ ਸਾਡੇ ਕੋਲ ਇੰਨੀ ਕੁ ਜਾਇਦਾਦ ਹੈ, ਇਹਨਾਂ ਦੇ ਜਿਹੜੇ ਸਹੁਰੇ, ਪੇਕੇ, ਦਾਦੇ, ਨਾਨਕੇ, ਸਭ ਦੀ ਜਾਇਦਾਦ ਦੇਖੋ ਵੀ ਕਿੰਨੀ ਕਿੰਨੀ ਹੋਈ ਹੈ। ਇਹ ਪੈਸਾ ਇਕੱਠਾ ਕਰਦੇ ਨੇ, ਦਰਿਆਵਾਂ ਦਾ ਪੱਠਾ ਵਟਾਈ ਜਾ ਰਹੇ ਨੇ, ਇਹ ਇੱਥੋਂ ਦੇ ਯੂਥ ਦਾ ਪੱਠਾ ਵਟਾ ਰਹੇ ਨੇ। ਕੋਈ ਨਸ਼ਾ ਤਸਕਰ ਹੈ, ਕੋਈ ਰੇਤਾ ਤਸਕਰ ਹੈ, ਕੋਈ ਸ਼ਰਾਬ ਦਾ ਤਸਕਰ, ਨੌਕਰੀਆਂ ਦੀ ਠੇਕੇਦਾਰੀ ਕਰਦਾ ਹੈ, ਕੋਈ ਆਪਣੀ ਜਾਤ ਨੂੰ ਉੱਚਾ ਚੁੱਕਦਾ ਹੈ। ਹੁਣ ਪ੍ਰਿੰਸੀਪਲ ਸੈਕਟਰੀ ਜਿਹੜਾ ਇਹਨਾਂ ਦਾ, ਉਹ ਜਾਤ ਪਾਤ ਤੋਂ ਸਿਵਾਏ ਕੋਈ ਗੱਲ ਹੀ ਨਹੀਂ ਕਰਦਾ। ਪੰਜਾਬ ਦੇ ਵਿੱਚ ਜਾਤ ਪਾਤ ਨਾਲ ਰਾਜ ਹੋਣਾ, ਗਿਣ ਕੇ ਦੇਖੋ ਉਸਨੇ ਕੀ ਕੁਛ ਕਰਿਆ। ਫਿਰ ਉਹਦੀ ਇਮਾਨਦਾਰੀ ਤੇ ਲਾ ਲਓ। ਹੈਲਥ 'ਚ ਰਿਹਾ, ਫੂਡ ਕਮਿਸ਼ਨਰ ਰਿਹਾ, ਡਰੱਗ ਕਮਿਸ਼ਨਰ ਰਿਹਾ, ਹਾਈ ਕੋਰਟ 'ਚ ਕੇਸ ਪਏ ਨੇ। ਦੱਸ ਦੇਵੇ ਜਵਾਬ ਵੀ ਉਦੋਂ ਕਿਉਂ ਨਹੀਂ ਹੋਇਆ ਉਹ ਕੁਛ, ਕੇਸ ਕਿਉਂ ਕੋਰਟ 'ਚ ਪਾਉਣਾ ਪਿਆ ਵੀ ਸਰੋਂ ਦਾ ਤੇਲ ਹੀ ਇੰਨਾ ਮਾੜਾ ਵਿਕ ਰਿਹਾ, ਬਲਕਿ ਉਹ ਕਹਿੰਦਾ ਲਾ ਲਓ ਜ਼ੋਰ। ਸੋ ਇਸ ਕਰਕੇ ਸਾਨੂੰ ਬਿਲਕੁਲ ਅੱਜ ਇਹ ਸਪਸ਼ਟ ਹੋਣਾ ਪਊਗਾ ਪੰਜਾਬੀਆਂ ਨੂੰ ਬਈ ਇਹ ਜਿਹੜੀ ਆਹ ਚੋਣ ਹੋ ਰਹੀ ਹੈ, ਇਹਦੇ ਪੰਜਾਬ ਦਾ ਭਲਾ ਬਿਲਕੁਲ ਨਹੀਂ ਹੋਣਾ, ਬਲਕਿ ਇਦੋਂ ਵੀ ਮਾੜਾ ਹਾਲ ਹੋਊ। ਕਿਉਂਕਿ ਸੰਭਾਵਨਾ ਵੀ ਹੰਗ ਅਸੈਂਬਲੀ ਆਵੇ। ਕਾਂਗਰਸ ਦੇ ਜਿਹੜੀ ਕਾਂਗਰਸ ਅੱਜ ਹੀ ਐਡੇ ਵੱਡੇ ਮਾਫੀਆ ਨੂੰ, ਮੈਂ ਮੰਨਦਾ ਵੀ ਈਡੀ ਨੇ ਮੌਕੇ 'ਤੇ ਆ ਕੇ ਜਾਣ ਕੇ ਛਾਪਾ ਮਾਰਿਆ। ਛਾਪਾ ਤਾਂ ਖਹਿਰੇ 'ਤੇ ਵੀ ਮਾਰਿਆ ਸੀ, ਉਹ ਤਾਂ 70 ਦਿਨ ਅੰਦਰ ਰਹਿ ਕੇ ਆਇਆ। ਉਦੋਂ ਤਾਂ ਕਾਂਗਰਸ ਨੂੰ ਖੁਰਕ ਨਹੀਂ ਹੋਈ, ਕਿਉਂਕਿ ਉਹ ਇਮਾਨਦਾਰ ਹੈ, ਉਹ ਬੋਲਦਾ ਹੈ। ਕਿ ਹੁਣ ਖੁਰਕ ਹੋ ਰਹੀ ਹੈ। ਇੱਕ ਜਿਹੜਾ ਨਾ 3 'ਚ ਨਾ 13 'ਚ ਉਹਨੂੰ ਫੜਿਆ ਜਾਂਦਾ, ਉਹ ਤੇ ਸਾਰੀ ਕਾਂਗਰਸ, ਮੈਂ ਤਾਂ ਹੈਰਾਨ ਆ, ਪੂਰੇ ਭਾਰਤ ਦੀ ਕਾਂਗਰਸ ਨੂੰ ਮਿਲ ਰਹੀ ਹੈ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ, ਰੌਲਾ ਪਾ ਰਹੀ ਹੈ।
ਉਹ ਕਾਂਗਰਸ ਕੀ ਕਰੂਗੀ? ਉਹ ਕਰੂਗੀ ਵੀ ਹਾਂ ਇੱਥੇ ਰੇਤ ਮਾਫੀਆ ਰਹਿਣਾ ਚਾਹੀਦਾ ਹੈ ਔਰ ਸਾਰੇ ਰਿਸ਼ਤੇਦਾਰ ਰੇਤ ਮਾਫੀਆ ਸ਼ਾਮਲ ਹੋਣ, ਅਸੀਂ ਉਹਨਾਂ ਦੀ ਸਮਰਥਨ ਕਰ ਰਹੇ ਹਾਂ, ਇਹਦਾ ਮਤਲਬ ਇਹ ਨਿਕਲਦਾ। ਬਿਲਕੁਲ। ਚੰਨੀ ਤਾਂ ਕਹੀ ਜਾਂਦਾ ਹੈ ਵੀ ਮੈਂ ਆਪਦੇ ਰਿਸ਼ਤੇਦਾਰਾਂ ਤੇ ਨਜ਼ਰ ਨਹੀਂ ਰੱਖ ਸਕਿਆ। ਚੰਨੀ ਕਹੀ ਜਾਂਦਾ ਹੈ ਵੀ ਈਡੀ ਆਪਦਾ ਕੰਮ ਕਾਨੂੰਨ ਨਾਲ ਕਰੇ, ਮੈਨੂੰ ਕੋਈ ਇਤਰਾਜ਼ ਨਹੀਂ, ਜੇ ਉਹਦੇ ਤੇ ਕੋਈ ਕੇਸ ਤਾਂ ਬਣਾਵੇ। ਜਿਹੜੇ ਕਾਂਗਰਸ ਉਹ ਕਹਿੰਦੀ ਨਾ 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 ਬਿਲਕੁਲ ਨਹੀਂ ਉਹਦੇ ਤੇ ਹੱਥ ਲਾਉਣਾ। ਜਾ ਕੇ ਮਿਲ ਰਹੀ ਹੈ, ਪਹਿਲਾਂ ਚਲੋ ਮੰਨ ਲਿਆ, ਪਹਿਲਾਂ ਜਦ ਮਿਲੇ ਵੀ ਸ਼ਾਇਦ ਗਲਤੀ ਨਾਲ ਮਿਲ ਗਏ, ਹੁਣ ਵੀ ਇਹਨਾਂ ਨੂੰ ਨਹੀਂ ਪਤਾ ਲੱਗਿਆ ਹੋਣਾ, ਹੁਣ ਤਾਂ ਸਭ ਦੇ ਸਾਹਮਣੇ ਆ ਗਿਆ ਨਾ। ਜੇ ਸਾਰਾ ਕੁਝ ਸਾਹਮਣੇ ਆਉਣ ਦੇ ਉੱਤੇ ਇਹ ਕੁਝ ਕਰਿਆ ਜਾ ਰਿਹਾ ਹੈ, ਤੁਸੀਂ ਉਸ ਕਾਂਗਰਸ ਤੋਂ ਕੀ ਉਮੀਦ ਰੱਖ ਸਕਦੇ ਹੋ? ਬਿਲਕੁਲ ਪੰਜਾਬ ਦਾ ਕੁਝ ਕਰੇਗੀ? ਜਿਹੜੀ ਚੋਣਾਂ ਤੋਂ ਪਹਿਲਾਂ ਵੋਟਾਂ ਲੈਣ ਵੇਲੇ ਸ਼ਰੇਆਮ ਐਡਾ ਵੱਡਾ ਰਿਸ਼ਤੇ ਦਾ, ਔਰ ਉਹਨਾਂ ਨੇ ਜਿਹੜੇ ਪੁਲ ਨੇ, ਪੁਲ ਦੇ ਥੱਲੇ ਜਿਹੜੇ ਪਿੱਲਰ ਹੁੰਦੇ ਨੇ ਜਿਨ੍ਹਾਂ ਨਾਲ ਪੁਲ ਬੈਠ ਸਕਦਾ ਹੈ, ਉਹ ਪੁਲ ਦੇ ਥੱਲੋਂ ਵੀ ਪੱਟੀ ਮਿੱਟੀ, ਜਿਹੜੇ ਜੰਗਲ ਬਚਾ ਕੇ ਰੱਖੇ ਹੁੰਦੇ ਨੇ ਉਹਦੇ ਵੀ ਮਿੱਟੀ ਪੱਟੀ, ਤੇ ਤੁਸੀਂ ਉਹਨਾਂ ਨੂੰ ਬਚਾ ਰਹੇ ਹੋ। ਬਿਲਕੁਲ ਬਿਲਕੁਲ। ਤੁਸੀਂ ਸਿਰਫ ਵੋਟਾਂ, ਤੁਸੀਂ ਵੋਟਾਂ ਲੈਣ ਵੇਲੇ ਜੇ ਉਹਨਾਂ ਨੂੰ ਬਚਾ ਰਹੇ ਹੋ, ਜਿੱਦਣ ਤੁਹਾਨੂੰ ਵੋਟਾਂ ਮਿਲ ਗਈਆਂ ਤੁਹਾਡਾ ਰਾਜ ਆ ਗਿਆ। ਜਿਵੇਂ ਪਹਿਲਾਂ ਕੈਪਟਨ ਦੇ ਵੇਲੇ ਤੁਸੀਂ ਚੁੱਪ ਰਹੇ 4.5 ਸਾਲ, ਤੇ ਹੁਣ ਫਿਰ ਤੁਸੀਂ ਇਹੀ ਚੁੱਪ ਰਹੋਗੇ, ਫਿਰ ਲੋਕੀ ਕਿੱਧਰ ਨੂੰ ਜਾਣਗੇ? ਸੋ ਮੈਨੂੰ ਤਾਂ ਇਹ ਲੱਗਦਾ ਹੈ ਵੀ ਕਾਂਗਰਸ ਨੇ ਜਮਾਂ ਹੀ ਪੰਜਾਬ ਦਾ ਪੱਠਾ ਬਿਠਾਉਣ ਦਾ ਫੈਸਲਾ ਕਰ ਲਿਆ। ਬਿਲਕੁਲ। ਤੁਹਾਨੂੰ ਕੋਈ ਸ਼ਰਮ ਤਾਂ ਹੋਵੇ, ਸਾਰੀ ਲੀਡਰਸ਼ਿਪ ਤੁਰੀ ਹੋਈ ਹੈ, ਇਹਦਾ ਮਤਲਬ ਤੁਹਾਨੂੰ ਸ਼ਰਮ ਵੀ ਨਹੀਂ, ਤੁਹਾਨੂੰ ਲੋਕਾਂ ਦੀ ਵੀ ਸ਼ਰਮ ਨਹੀਂ, ਬਿਲਕੁਲ। ਤੁਹਾਨੂੰ ਇਹ ਵੀ ਕਹਿਣ ਦੀ ਹਿੰਮਤ ਨਹੀਂ ਤੁਹਾਡੇ 'ਚ ਵੀ ਕਾਨੂੰਨ ਆਪਦਾ ਪਾਸਾ ਆਪਦਾ ਕੰਮ ਕਰੇ। ਤੁਸੀਂ ਕਹਿੰਦੇ ਕਾਨੂੰਨ ਛੇੜੇ ਨਾ ਸਾਨੂੰ। ਜੇ ਤੁਸੀਂ ਚੋਣਾਂ ਵੇਲੇ ਇਹ ਕਹਿ ਸਕਦੇ ਹੋ ਤਾਂ ਤੁਸੀਂ ਚੋਣਾਂ ਤੋਂ ਬਾਅਦ ਕੀ ਕਰੋਗੇ? ਮੈਂ ਤਾਂ ਹੈਰਾਨ ਹਾਂ ਇਸ ਗੱਲ ਦੇ ਉੱਤੇ। ਮੈਨੂੰ ਸੱਚੀ ਮੁੱਚੀ ਅਫਸੋਸ ਹੋ ਰਿਹਾ ਹੈ ਵੀ ਇਹੋ ਜਿਹੇ ਬੰਦੇ ਸਾਡੇ ਤੇ ਰਾਜ ਕਰਨਗੇ। ਇਹ ਉਹ ਕਾਂਗਰਸ ਜਿਹੜੀ ਕਾਂਗਰਸ ਨੇ 1929 ਦੇ ਵਿੱਚ 30 ਦੇ ਵਿੱਚ ਅਜਲਾਸ ਕਰਕੇ ਤਿਰੰਗਾ ਝੰਡੇ ਦੀ ਗੱਲ ਕਰੀ, ਜਿਹਨੇ ਸਵਰਾਜ ਦੀ ਗੱਲ ਕਰੀ, ਜਿਹਨੇ ਕੁਰਬਾਨੀਆਂ ਦਿੱਤੀਆਂ, ਜਿਹੜੇ ਜੇਲ੍ਹਾਂ 'ਚ ਰਹੇ, ਉਹ ਕਾਂਗਰਸ ਤੱਕ ਤੇ ਦਿਖਦੀ ਨਹੀਂ। ਹੁਣ ਤਾਂ ਕੋਈ ਹੋਰ ਹੀ ਕਾਂਗਰਸ ਹੈ। ਬਿਲਕੁਲ ਬਿਲकुल। ਕਿ ਇਹਨੂੰ ਵੋਟ ਪਾ ਕੇ ਵੀ ਕੀ ਕਰਨਗੇ ਲੋਕ? ਇਹਨੂੰ ਵੋਟ ਪਾ ਕੇ ਮਤਲਬ ਰੇਤ ਮਾਫੀਆ ਨੂੰ ਵਧਾਉਣਾ ਹੈ, ਇਹਨੂੰ ਵੋਟ ਪਾ ਕੇ ਮਤਲਬ ਕਮਿਊਨਿਜ਼ਮ ਨੂੰ ਵਧਾਉਣਾ ਹੈ, ਇਹਨੂੰ ਵੋਟ ਪਾ ਕੇ ਮਤਲਬ ਕਾਸਟਿਜ਼ਮ ਨੂੰ ਵਧਾਉਣਾ ਹੈ, ਇਹਨੂੰ ਵੋਟ ਪਾ ਕੇ ਮਤਲਬ ਜਿਹੜਾ ਗਰੀਬ ਆਦਮੀ ਹੈ ਉਹਦੀ ਨੌਕਰੀ ਤੇ ਡਾਕਾ ਮਾਰਨਾ ਹੈ, ਇਹਨੂੰ ਵੋਟ ਪਾ ਕੇ ਮਨਰੇਗਾ ਦੇ ਕਾਰਡ ਨਹੀਂ ਬਣੇ ਫਿਰ ਵੀ ਨਾ ਬਣ, ਇਹੀ ਕਰਨਾ ਹੈ। ਇਹਨੂੰ ਵੋਟ ਪਾ ਕੇ ਸਾਂਝੀਆਂ ਜ਼ਮੀਨਾਂ ਤੇ ਜਿਹੜੀ ਠੱਗੀ ਮਾਰੀ ਹੋਈ ਹੈ, ਜਿਹੜੇ ਕਬਜ਼ੇ ਕਰੇ ਹੋਏ ਨੇ, ਜਿਹੜੇ ਇਹਨਾਂ ਨੇ ਨਹੀਂ ਚਲਾਏ, ਉਹੀ ਮੁੜ ਕੇ ਦਵਾਉਣੇ ਨੇ। ਫਿਰ ਇਹਨਾਂ ਨੂੰ ਵੋਟ ਪਾ ਕੇ ਲੈਣਾ ਕੀ ਹੈ? ਬਿਲਕੁਲ ਡਾਕਟਰ ਸਾਹਿਬ, ਜਿੱਥੋਂ ਤੱਕ ਜਿਹੜੀ ਹੁਣ ਚਰਚਾ ਨਵੀਂ ਛਿੜੀ ਹੈ ਕਿ ਲੋਕਾਂ ਨੇ ਤਾਂ ਆਪਣੇ ਵੱਲੋਂ ਇੱਕ ਉਮੀਦਵਾਰ ਨੂੰ ਚੁਣ ਕੇ ਵਿਧਾਨ ਸਭਾ 'ਚ ਭੇਜ ਦਿੱਤਾ ਜਾਂਦਾ, ਲੋਕ ਲੱਖਾਂ ਲੋਕ ਉਹਨੂੰ ਵੋਟਾਂ ਪਾਉਂਦੇ ਨੇ, ਜਿੰਨੀਆਂ ਵੀ ਉਹਦੇ ਹਿੱਸੇ ਆਉਂਦੀਆਂ ਨੇ, ਲੋਕ ਆਪਣੇ ਵੱਲੋਂ ਤਾਂ ਮਜ਼ਬੂਤ ਬਣਾ ਕੇ ਭੇਜਦੇ ਨੇ। ਉੱਥੇ ਜਾ ਕੇ ਕਮਜ਼ੋਰ ਤੇ ਤਾਕਤਵਰ ਦੀ ਜਦੋਂ ਗੱਲ ਆਉਂਦੀ ਹੈ ਕਿ ਮੁੱਖ ਮੰਤਰੀ ਕਮਜ਼ੋਰ ਹੋ ਗਿਆ, ਤਾਕਤਾਂ ਤਾਂ ਸਾਰੀਆਂ ਹੁੰਦੀਆਂ ਮੁੱਖ ਮੰਤਰੀ ਦੇ ਕੋਲ, ਜੇ ਪਿੱਛੋਂ ਹਾਈ ਕਮਾਂਡ ਚਲਾਵੇ ਤਾਂ ਕਮਜ਼ੋਰ ਹੈ, ਜਾਂ ਫਿਰ ਕੇਂਦਰ ਦਾ ਪ੍ਰੈਸ਼ਰ ਹੋਵੇ ਤਾਂ ਕਮਜ਼ੋਰ ਹੈ। ਕਮਜ਼ੋਰ ਕਿੱਦਾਂ ਹੋ ਗਿਆ ਮੁੱਖ ਮੰਤਰੀ ਤੇ ਤਾਕਤਵਰ? ਕਮਜ਼ੋਰ ਹੁੰਦਾ ਆਪਦੇ ਲਾਲਚ 'ਚ, ਨਹੀਂ ਕੋਈ ਕਮਜ਼ੋਰ ਨਹੀਂ। ਉਹ ਕਹੂ ਮੈਂ ਛੱਡ ਦਾਂਗਾ। ਮੈਂ ਇਹ ਜਿਹੇ ਮੁੱਖ ਮੰਤਰੀ ਦੇਖੇ ਜਿਹੜੇ ਡਟਕੋ ਕਹਿੰਦੇ ਚੰਗਾ ਠੀਕ ਹੈ, ਸਾਨੂੰ ਮੁੱਖ ਮੰਤਰੀ ਰਹਿਣਾ ਕੋਈ ਮਨਜ਼ੂਰੀ ਨਹੀਂ, ਜ਼ਰੂਰੀ ਨਹੀਂ ਹੈ। ਬਰਨਾਲਾ ਸਾਹਿਬ ਜੇ 26 ਜਨਵਰੀ 1986 ਨੂੰ ਰਿਜ਼ਾਈਨ ਕਰ ਦਿੰਦੇ ਵੀ ਮੈਂ ਇਸ ਕਰਕੇ ਸਮਝੌਤਾ ਨਹੀਂ ਕਰਿਆ ਸੀ ਕਿ ਵੀ ਪੰਜਾਬ ਦਾ ਕਹਾਣ ਇਦਾਂ ਹੀ ਹੁੰਦਾ ਰਹੇ, ਤਾਂ ਪੰਜਾਬ ਦੀ ਤਕਦੀਰ ਬਦਲੀ ਹੋਣੀ ਸੀ, ਪਰ ਉਹਨਾਂ ਨੇ ਨਹੀਂ ਛੱਡਿਆ। ਜਦ ਤੁਸੀਂ ਕੁਰਸੀ ਨੂੰ ਚਿੰਬੜ ਜਾਂਦੇ ਹੋ, ਹੁਣ ਵੀ ਕੁਰਸੀ ਨੂੰ ਚਿੰਬੜੇ ਹੋਏ ਨੇ, ਰੋਜ਼ ਹੀ ਮੈਨੂੰ 111 ਦਿਨ ਨੇ, ਫਲਾਣਾ ਨੇ, ਕਿਉਂ ਨਹੀਂ ਬਾਬਰ ਕੇ ਕਹਿੰਦੇ ਵੀ ਹਾਂ ਇਹ ਠੱਗੀ ਹੋਈ ਹੈ? ਤੁਸੀਂ ਸਹਾਇਕ ਪ੍ਰੋਫੈਸਰ ਨੇ ਭਰਤੀਆਂ ਕਰੀਆਂ, ਉੱਥੇ ਨੇਰੀ ਲਿਆਤੀ, ਹਾਈ ਕੋਰਟ ਨੂੰ ਦਖਲਅੰਦਾਜ਼ੀ ਕਰਨੀ ਵੀ ਤਾਂ ਤੁਹਾਨੂੰ ਸ਼ਰਮ ਨਹੀਂ ਹੈ? ਇੱਕ ਲਫ਼ਜ਼ ਨਹੀਂ ਬੋਲਿਆ ਕਾਂਗਰਸ ਨੇ ਵੀ ਯਾਰ ਐਡੀ ਵੱਡੀ ਕਹਿਰ ਕਾਫਰੀ ਹੋ ਗਈ ਹੈ ਤਾਂ ਕੁਛ ਤਾਂ ਕਰੋ। ਕੋਈ ਇਨਸਾਫ ਦੀ ਗੱਲ ਨਹੀਂ ਕਰੀ। ਮੈਂ ਕਹਿੰਦਾ ਨਾ ਹੋਈ ਹੋਵੇ ਠੱਗੀ, ਜਦ ਹਾਈ ਕੋਰਟ ਨੇ ਸੰਗਿਆਨ ਲੈਣਾ ਤੁਸੀਂ ਉੱਤੇ ਛੱਡ ਦਿਓ ਵੀ ਕੋਈ ਨਹੀਂ, ਜੇ ਤੁਸੀਂ ਕਰੋ, ਤੁਸੀਂ ਰਾਤਾਂ ਨੂੰ ਅਪਾਇੰਟਮੈਂਟ ਲੈਟਰ ਦੇਈ ਜਾਂਦੇ ਹਾਈ ਕੋਰਟ ਨੂੰ ਵਾਇਓਲੇਟ ਕਰਕੇ। ਜੇ ਤੁਸੀਂ ਹਾਈ ਕੋਰਟ ਦੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ, ਜੇ ਤੁਸੀਂ ਵੋਟਾਂ ਲੈਣ ਵੇਲੇ ਰੇਤ ਮਾਫੀਆ ਜਿਹੜਾ ਸ਼ਰੇਆਮ ਫੜਿਆ ਗਿਆ ਉਹਨੂੰ, ਉਹਦਾ ਭਤੀਜਾ ਉਹ ਨਾ ਕੋਈ 3 'ਚ ਨਾ 13 'ਚ ਹੈ, ਉਹਨੂੰ ਤੁਸੀਂ ਡਿਫੈਂਡ ਕਰ ਰਹੇ ਹੋਗੇ, ਤਾਂ ਇਹਦਾ ਮਤਲਬ ਤੁਸੀਂ ਚੋਣਾਂ ਤੋਂ ਬਾਅਦ ਕੀ ਕਰੋਗੇ ਲੋਕਾਂ ਦਾ? ਇਹਦਾ ਹਾਲ ਤਾਂ ਫਿਰ ਤੁਹਾਨੂੰ ਤੁਹਾਡੇ ਸਾਹਮਣੇ ਆ ਜਾਊਗਾ ਨਾ। ਇਹ ਜੇ ਜਵਾਬ ਦੇਵੇ ਕਾਂਗਰਸ, ਹਿੰਮਤ ਕੀ ਕਰਦੇ ਨੇ ਇਹ ਸਾਰੀਆਂ ਪਾਰਟੀਆਂ ਲੱਗੀਆਂ ਨੇ ਇਸ ਗੱਲ ਦੇ ਉੱਤੇ। ਕਹਿਣ ਨੂੰ ਜਿੰਨਾ ਮਰਜ਼ੀ ਕਹਿ ਲੈਣ, ਮੈਂ ਕਿਸੇ ਪਾਰਟੀ ਦੇ ਹੱਕ 'ਚ ਨਹੀਂ, ਮੈਂ ਕਿਸੇ ਦੇ ਵਿਰੁੱਧ ਨਹੀਂ ਹਾਂ, ਪਰ ਜਿਹੜਾ ਗੁੰਡਾਗਰਦੀ ਕਰਦਾ ਹੈ ਉਹਦੇ ਵਿਰੁੱਧ ਰਹਾਂਗਾ ਮੈਂ, ਚਾਹੇ ਮੇਰਾ ਸਿਰ ਲਾ ਦੇਣ। ਇਹ ਗੁੰਡਾਗਰਦੀ ਹੈ, ਇਹ ਗੁੰਡਾਗਰਦੀ ਹੈ ਸ਼ਰੇਆਮ। ਕਿ ਤੁਸੀਂ ਰੇਤੇ ਦੇ ਟਰੱਕ ਲਿਜਾ ਰਹੇ ਹੋ, ਤੁਸੀਂ ਫੜੇ ਜਾਂਦੇ ਹੋ, ਤੇ ਤੁਹਾਨੂੰ ਜਾ ਕੇ ਤੁਹਾਡੀ ਪਾਰਟੀ ਡਿਫੈਂਡ ਕਰਦੀ ਹੈ ਵੀ ਜਵਾਕ ਹੈ ਜੀ ਉਹ ਤੋਂ। ਰਵਨੀਤ ਬਿੱਟੂ ਕਹਿੰਦਾ ਜਵਾਕ ਹੈ, ਉਹ ਤੋਂ ਜੋ ਮਰਜ਼ੀ ਕਹਾ ਲਓ। ਮੈਂ ਕਹਿੰਦਾ ਆਪਦੇ ਦਾਦੇ ਦੀ ਪੱਗ ਨੂੰ ਹੀ ਦਾਗ ਲਾਤਾ ਉਹ ਬੰਦੇ ਨੇ। ਜਿੱਦ ਗੁਰਕੀਰਤ ਕੋਟਲੀ ਵਾਲਾ ਕੇਸ ਸੀ, ਸਾਡੇ ਸਾਹਮਣੇ ਰੋ ਕੇ ਕਿਹਾ, ਅਸੀਂ ਆਖਿਆ ਵੀ ਕੋਈ ਨਹੀਂ ਸਰਦਾਰ ਜੀ ਏਦਾਂ ਨਹੀਂ ਹੁੰਦਾ। ਉਹ ਕਹਿੰਦੇ ਡਾਕਟਰ ਸਾਹਿਬ ਮੇਰੇ ਤੇ ਦੋਸ਼ ਨਾ ਲਾ ਤੇ ਕਿਸੇ ਨੇ,
ਔਰ ਉਹਨਾਂ ਨੇ ਲੋਕ ਇੱਥੇ ਵਿਧਾਨ ਸਭਾ 'ਚ ਬਿਆਨ ਦਿੱਤਾ ਵੀ ਜੋ ਮੈਂ ਆਪਦੇ ਪੋਤੇ ਨਾਲ ਕਰਾਂਗਾ ਤੁਸੀਂ 7 ਜਨਮ 'ਚ ਨਹੀਂ ਕਰ ਸਕਦੇ। ਰਵਨੀਤ ਬਿੱਟੂ ਕਹਿੰਦਾ ਜਵਾਕ ਤੋਂ ਜੋ ਮਰਜ਼ੀ ਕਹਾ ਲਓ, ਕਹਿੰਦਾ ਯੂਥ ਕਾਂਗਰਸ ਦਾ ਲੀਡਰ ਸੀ, ਇਹ ਤਾਂ ਹੈ ਹੀ ਬੜਾ ਇਮਾਨਦਾਰ, ਪੈਸੇ ਕੀ ਹੋ ਗਿਆ ਜੇ ਘਰੇ ਨੇ 8 ਕਰੋੜ ਰੁਪਇਆ ਕਰੇ ਆ, ਉਹਨੂੰ ਇਲੀਗਲ ਮਨੀ ਵੀ ਨਹੀਂ ਮੰਨਣ ਨੂੰ ਤਿਆਰ। 8 ਕਰੋੜ ਕੈਸ਼ ਲੋਕਾਂ ਨੂੰ ਤਾਂ ਕਿਰਾਇਆ ਦੇਣਾ ਸਾਡੇ ਵਰਗੇ ਨੂੰ ਔਖਾ ਹੋ ਗਿਆ ਸੀ ਜਦ ਨੋਟਬੰਦੀ ਕਰੀ, ਕਿਉਂਕਿ ਉਹ ਅਗਲਾ ਮਾਲਕ ਮਕਾਨ ਕਹਿੰਦਾ ਮੈਨੂੰ ਕੈਸ਼ ਦਿਓ, ਕੈਸ਼ ਬੈਂਕ ਚੋਂ ਨਿਕਲ ਨਹੀਂ ਸਕਦੇ ਤੇ ਉਹ ਸੁਨੇਹੇ ਭੇਜੀ ਜਾਂਦੇ ਨੇ। ਆਖਰਕਾਰ ਅਗਲੇ ਨੂੰ ਕਹਿਣਾ ਪਿਆ ਵੀ ਬਾਬਾ ਤੇਰਾ ਮਕਾਨ ਹੀ ਖਾਲੀ ਕਰ ਦੇਣਾ, ਅਸੀਂ ਕੈਸ਼ ਤਾਂ ਸਾਡੇ ਕੋਲ ਹੈ ਨਹੀਂ, ਅਸੀਂ ਤਾਂ ਚੈੱਕ ਹੀ ਦੇ ਸਕਦੇ ਹਾਂ, ਸਾਡੇ ਕੋਲ 2 ਨੰਬਰ ਦਾ ਪੈਸਾ ਹੀ ਨਹੀਂ ਹੁੰਦਾ, ਕਰੀਏ ਕਿ ਪੈਨਸ਼ਨ ਹੀ ਆਉਂਦੀ ਹੈ ਉਹ ਜੋ ਟੈਕਸ ਦੇਈਦਾ ਸਾਰਾ। ਸੋ ਜਦ ਤੁਸੀਂ ਜਿਹੜਾ ਇਮਾਨਦਾਰ ਟੈਕਸ ਪੇਅਰ ਹੈ, ਜਿਹਨੇ ਸਾਰੀ ਉਮਰ ਆਪਣੀ ਇਮਾਨਦਾਰੀ ਕੱਟੀ ਹੋਵੇ, ਉਹਦਾ ਤੁਸੀਂ ਨੱਕ ਰਗੜਾ ਦਿੰਦੇ ਹੋ, ਤੇ ਜਿਹੜੇ ਮਹਾਚੋਰ ਨੇ ਉਹਨਾਂ ਦੀ ਤੁਸੀਂ ਜਾ ਕੇ ਮਦਦ ਕਰਦੇ ਹੋ। ਤੁਸੀਂ ਇਹ ਵੀ ਨਹੀਂ ਕਹਿੰਦੇ, ਕੋਈ ਸ਼ਰਮ ਹੁੰਦੀ ਸੀ ਵੀ ਚਲੋ ਜੀ ਕਾਨੂੰਨ ਆਪਦਾ ਰਸਤਾ ਲਵੇ, ਤੁਸੀਂ ਇਹ ਵੀ ਨਹੀਂ ਕਹਿੰਦੇ, ਤੁਸੀਂ ਕਹਿੰਦੇ ਉਹਨੂੰ ਫੜਿਆ ਹੀ ਕਿਉਂ ਹੈ, ਉਹ ਤੁਸੀਂ ਨਜਾਇਜ਼ ਕਹਾਓਗੇ। ਮਤਲਬ ਜਿਹੜਾ 10 ਕਰੋੜ ਹੈ, ਫਿਰ ਕਹਿਣ ਬਾਬਰ ਕੇ ਕਰਨ ਰੈਲੀਆਂ ਪੰਜਾਬ 'ਚ ਵੀ 10 ਕਰੋੜ ਉਹਦੇ ਘਰੇ ਜਿਹਨੇ ਜਾਣ ਕੇ ਰੱਖਿਆ ਉਹਦੇ ਹੈ ਨਹੀਂ ਸੀ, ਕਹਿਣ ਵੀ ਇਹ ਘੜੀ ਉਹਦੇ ਨਹੀਂ ਸੀ 12 ਲੱਖ ਦੀ, ਇਹ ਘੜੀ ਈਡੀ ਲੈ ਕੇ ਆਇਆ, ਫਿਰ ਰੈਲੀਆਂ ਕਰਕੇ ਕਹਿਣ ਪਬਲਿਕ ਦੇ ਵਿੱਚ, ਉੱਤੇ ਜਾ ਕੇ ਗਿੱਟ-ਮਿੱਟ ਜੀ ਕਰੀ ਜਾਂਦੇ ਨੇ। ਇਹ ਕੋਈ ਤਰੀਕਾ ਹੈ? ਇਹਦੇ ਨਾਲ ਪੰਜਾਬ ਬਚੇਗਾ? ਜਿਹੜੀ ਚੋਰਾਂ ਨਾਲ ਪੰਜਾਬ ਬਚੇਗਾ? ਅੱਗੇ ਚੋਰਾਂ ਨਾਲ ਪੰਜਾਬ ਦੇ ਦਰਿਆ ਬਚਣਗੇ? ਹੱਦ ਹੈ। ਬਿਲਕੁਲ। ਜਿਹੜੀ ਗੱਲ ਡਾਕਟਰ ਸਾਹਿਬ ਇਹ ਤਾਕਤਵਰ ਦੀ ਕਰਦੇ ਨੇ, ਹੋਰ ਕਿਹੜੀ ਤਾਕਤ ਚਾਹੀਦੀ ਹੁੰਦੀ ਹੈ? ਤਾਕਤਵਰ ਕਿਵੇਂ ਦਾ ਹੁੰਦਾ ਮੁੱਖ ਮੰਤਰੀ? ਲੋਕਾਂ ਨੂੰ ਵੀ ਪਤਾ ਸਾਰੀ ਤਾਕਤ ਜਦ ਚੋਰੀ ਕਰਨੀ ਹੈ ਫਿਰ ਤਾਕਤ ਕਾਹਦੀ ਹੈ? ਕਮਜ਼ੋਰੀ ਤਾਂ ਉਹ ਕਮਜ਼ੋਰ ਆਪਦੇ ਆਪ ਨੂੰ ਕੀ ਕਹਿੰਦੇ ਨੇ ਵੀ ਮੇਰੀ ਚੋਰੀ ਨਹੀਂ ਵੱਡੀ ਚੱਲਣ ਦੇ ਰਹੇ, ਹਿੱਸੇਦਾਰੀ ਦੀ ਤਾਕਤ ਦਾ ਰੌਲਾ ਹੈ, ਲੁੱਟ ਦਾ ਰੌਲਾ ਹੈ। ਕਮਜ਼ੋਰੀ ਕੋਈ ਨਹੀਂ ਹੁੰਦੀ। ਜਿਹਨੇ ਕੰਮ ਕਰਨਾ ਹੋਵੇ, ਇੱਥੇ ਅਸੀਂ ਇੱਕ ਚਟਾਮਲੀ ਪਿੰਡ ਹੈ ਰੋਪੜ ਜ਼ਿਲ੍ਹੇ 'ਚ ਹੀ, ਉੱਥੇ ਇੱਕ ਕਾਨਫਰੰਸ ਕਰ ਰਹੇ ਸੀ, ਇੱਕ ਏਡੀਸੀ ਆਇਆ ਹੋਇਆ ਸੀ ਉੱਥੇ, ਇਹਨਾਂ ਦਾ ਕਾਂਗਰਸੀਆਂ ਦਾ ਇੱਕ ਲੀਡਰ ਹੁੰਦਾ, ਉਹਦਾ ਗਵਰਨਰ ਰੂਲ ਸੀ, ਉਹ ਬੋਲੇ ਕਿ ਜੀ ਜ਼ਿਲ੍ਹੇ ਦਾ ਪ੍ਰਧਾਨ ਸੀ ਉਹ, ਕਿ ਜੀ ਇੱਕ ਪੱਕੀ ਸਰਕਾਰ ਕੱਚੀ ਸਰਕਾਰ, ਕਹਿੰਦੇ ਚੌਧਰੀ ਸਾਹਿਬ ਬੋਲ ਕੇ ਗਏ ਨੇ ਕੱਚੀ ਪੱਕੀ ਸਰਕਾਰ ਹੁੰਦੀ ਆ, ਪਤਾ ਹੋਣਾ ਚਾਹੀਦਾ ਮੈਂ ਸਰਕਾਰਾਂ ਚਾਹੇ ਕੱਚੀ ਹੋਵੇ ਚਾਹੇ ਪੱਕੀ ਹੋਵੇ। ਉਹਨਾਂ ਨੂੰ ਕਿਹਾ ਵੀ ਇੱਥੇ ਸੜਕ ਨਹੀਂ ਬਣੀ ਹੋਈ, ਉਹ ਕਹਿੰਦੇ ਵੀ ਕਾਗਜ਼ਾਂ 'ਚ ਬਣਾਤੀ। ਉਹਨਾਂ ਨੇ ਕਿਹਾ ਵੀ ਮੈਂ ਦੇਖ ਲਿਆ ਸੜਕ ਤਾਂ ਇੱਥੇ ਬਣੀ ਨਹੀਂ ਹੋਈ, ਜੇ ਮੈਂ ਜਾ ਕੇ ਦੇਖੂੰਗਾ, ਜਿਹੜਾ ਪਲੈਨਿੰਗ ਬੋਰਡ ਸਾਰਾ ਦੇਖੂੰਗਾ, ਜੇ ਕਾਗਜ਼ਾਂ 'ਚ ਸੜਕ ਬਣੀ ਹੋਈ, ਐਕਸੀਅਨ ਨੂੰ ਜੀਪ ਨਾਲ ਬੰਨ ਕੇ ਉਰੇ ਲੈ ਕੇ ਆਉਂ, ਚਾਹੇ ਮੈਂ ਡਿਸਮਿਸ ਹੋ ਜਾ, ਪਰ ਜੇ ਨਾ ਬਣੀ ਹੋਈ ਮੈਂ ਉਹਨੂੰ ਪਲੈਨਿੰਗ ਬੋਰਡ 'ਚੋਂ ਪੈਸੇ ਦਵਾਉਂਗਾ, ਮੈਂ ਬੇਨਤੀ ਕਰੂੰਗਾ ਕਿ ਸੜਕ ਬਣਾ ਦੇ। ਆਹ ਹੁੰਦਾ ਪ੍ਰਸ਼ਾਸਨ। ਉਹ ਇੱਕ ਸਿੰਪਲ ਏਡੀਸੀ ਸੀ, ਛੋਟਾ ਜਿਹਾ ਏਡੀਸੀ ਇਹ ਗੱਲ ਕਹਿ ਸਕਦਾ ਹੈ, ਔਰ ਡਟ ਕੇ ਉਹਨੇ ਸੱਚੀ ਮੁੱਚੀ ਡਟ ਕੇ ਕੰਮ ਕਰਿਆ ਹੈ। ਉਹ ਵੀ ਸ਼ਡਿਊਲਡ ਕਾਸਟ ਸੀ। ਇਹ ਕੋਈ ਐ ਨਹੀਂ ਹੈ ਵੀ ਸ਼ਡਿਊਲਡ ਕਾਸਟ ਨਾਨ ਸ਼ਡਿਊਲਡ ਕਾਸਟ ਦਾ। ਹੁਣ ਇਹਨਾਂ ਦਾ ਪ੍ਰਿੰਸੀਪਲ ਸੈਕਟਰੀ ਹੈ, ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਉਹ ਤਾਂ ਮਹਾ ਚੋਰੀ ਕਰਦਾ ਰਿਹਾ। ਮੈਂ ਓਪਨ ਨਹੀਂ ਕਹਿਣਾ ਚਾਹ ਰਿਹਾ, ਮੇਰੇ ਤੇ ਕਰੇ ਮੁਕੱਦਮਾ ਜਾਵੇ ਹਾਈ ਕੋਰਟ, ਦੇਵੇ ਤੇਲ ਦਾ ਜਵਾਬ, ਸਰੋਂ ਦੇ ਤੇਲ ਦਾ ਕੇਸ ਪਿਆ ਉੱਥੇ, ਉਹ ਵਪਾਰੀ ਪਾਗਲ ਹੋ ਗਿਆ ਵਿਚਾਰਾ, ਦੇਵੇ ਜਵਾਬ ਇਹ ਵੀ ਇਹ ਫੂਡ ਕਮਿਸ਼ਨਰ ਸੀ, ਇਹ ਡਰੱਗ ਕਮਿਸ਼ਨਰ ਸੀ, ਇਹ ਦੇਵੇ ਜਵਾਬ ਕਿੰਨੀ ਦਵਾਈਆਂ ਘਟੀਆਂ ਖਰੀਦੀਆਂ ਗਈਆਂ। ਗੱਲਾਂ ਮਾਰਦੇ ਨੇ। ਜਿਹੜਾ ਬੰਦਾ ਸਾਰੀ ਉਮਰ ਚੋਰੀ ਕਰਦਾ ਹੈ ਉਹਨੂੰ ਇਹ ਟਿਕਟ ਦਵਾਉਣ ਨੂੰ ਫਿਰਦੇ ਸੀਗੇ। ਅੱਜ ਮਾਫੀਏ ਦੇ ਖਿਲਾਫ ਕੋਈ ਵਿਅਕਤੀ ਨਹੀਂ ਲੜ ਸਕਦਾ। ਸਾਰੀਆਂ ਪਾਰਟੀਆਂ ਇਮਾਨਦਾਰ ਬੰਦੇ ਹੈਗੇ ਨੇ, ਜਿਹੜੇ ਇਮਾਨਦਾਰ ਬੰਦੇ ਨੇ ਉਹਨਾਂ ਨੂੰ ਖੁੱਡੇ ਨਾਲ ਹੀ ਲਾਉਂਦੇ ਨੇ ਜਿਹੜੇ ਚੋਰ ਨੇ। ਇੱਕ ਮੈਂ ਫਿਰ ਕਹਿਣਾ, ਮੈਂ ਕਿਸੇ ਪਾਰਟੀ ਦੀ ਨਹੀਂ, ਬਾਕੀਆਂ ਨੇ ਸਾਰੇ ਐਮਐਲਏ ਮਾੜੇ ਨਹੀਂ ਹੈਗੇ, ਪਰ ਬਾਕੀਆਂ 'ਚ ਮਾੜੇ। ਆਪ ਦੇ 20 ਐਮਐਲਏ ਸੀਗੇ, ਉਹ ਟੁੱਟੇ ਵੀ, 3 ਵਾਰੀ ਐਲਓਪੀ ਵੀ ਬਦਲਿਆ ਉਹਨਾਂ ਨੇ, ਉਹ ਕਾਂਗਰਸ 'ਚ ਵੀ ਸ਼ਾਮਲ ਹੋਏ, ਪਰ ਉਹਨਾਂ 'ਚੋਂ ਚਾਹੇ ਕਾਂਗਰਸ ਸ਼ਾਮਲ ਹੋਏ, ਚਾਹੇ ਵੱਖਰੇ ਰਹੇ, ਚਾਹੇ ਵੱਖਰਾ ਗਰੁੱਪ ਬਣਾਇਆ, ਉਹਨਾਂ 'ਤੇ ਕੰਮ ਨਾ ਕਰਨ ਦਾ ਦੋਸ਼ ਉਹਨਾਂ 'ਤੇ ਵੀ ਹੈ, ਪਰ ਉਹਨਾਂ 'ਤੇ ਕਰਪਸ਼ਨ ਦਾ ਦੋਸ਼ ਨਹੀਂ ਹੈ। ਉਹਨਾਂ 'ਚ ਇਹ ਨਹੀਂ ਹੈ ਕਿਸੇ ਨੂੰ ਥਾਣੇ 'ਚ ਫਸਾਤਾ, ਉਹਨਾਂ 'ਚ ਇਹ ਨਹੀਂ ਹੈ ਕਿਸੇ 'ਤੇ ਝੂਠਾ ਕੇਸ ਬਣਾਤਾ, ਇੱਕ ਵੀ ਐਮਐਲਏ 'ਤੇ ਨਹੀਂ, ਚਾਹੇ ਉਹ ਇੱਧਰ ਗਿਆ ਚਾਹੇ ਇੱਧਰ ਗਿਆ। ਇਹ ਠੀਕ ਹੈ, ਉਹਨਾਂ ਨੇ ਜਿੰਨਾ ਕੰਮ ਕਰਨਾ ਸੀ ਨਹੀਂ ਕਰਿਆ। ਇਹਨਾਂ ਦੇ ਤਾਂ ਸਾਹਮਣੇ ਸ਼ਰੇਆਮ ਐਡਾ ਵੱਡਾ ਯਾਰ ਹਨੇਰੀ ਆ ਗਈ ਹੈ। ਮੈਂ ਤਾਂ ਹੈਰਾਨ ਹਾਂ ਵੀ ਤੁਸੀਂ ਐਡੀ ਉਸ ਦੇ ਉੱਤੇ ਤੁਹਾਨੂੰ ਸ਼ਰਮ ਹੀ ਨਹੀਂ ਰਹੀ, ਤੁਹਾਨੂੰ ਪਾਤੀ ਲਾਤੀ ਹੈ। ਡਾਕਟਰ ਸਾਹਿਬ, ਜਦੋਂ ਨਵਜੋਤ ਸਿੱਧੂ ਇਹ ਗੱਲ ਕਹਿੰਦਾ ਹੈ ਕਿ ਉੱਪਰ ਇਮਾਨਦਾਰ ਹੋਣਾ ਚਾਹੀਦਾ ਹੈ ਤੇ ਤਾਂ ਥੱਲੇ ਤੱਕ ਇਮਾਨਦਾਰੀ ਜਾਊਗੀ, ਤੇ ਇਹ ਇਮਾਨਦਾਰੀ ਕੀ ਉੱਪਰੋਂ ਕੰਮ ਕਰ ਜੇਗੀ, ਜਾਂ ਫਿਰ ਹਾਈ ਕਮਾਨ ਨੂੰ ਇਹੋ ਜਿਹੀ ਇਮਾਨਦਾਰੀ ਕਬੂਲ ਕਿਉਂ ਨਹੀਂ ਹੁੰਦੀ? ਕੋਈ ਵੀ ਹਾਈ ਕਮਾਨ ਹੋਵੇ, ਕਿਸੇ ਵੀ ਪਾਰਟੀ ਦੀ ਹੋਵੇ। ਇਹ ਮੈਨੂੰ ਦੇਖੋ, ਜਿਹੜੀਆਂ ਹਾਈ ਕਮਾਨਾਂ ਨੇ, ਹੁਣ ਹਾਈ ਕਮਾਨਾਂ ਦਾ ਕਲਚਰ ਹੀ ਰਹਿ ਗਿਆ ਵੀ ਆਪਾਂ ਤਾਂ ਰਾਜ ਕਰਨਾ ਜਿਵੇਂ ਮਰਜ਼ੀ ਹੋ ਜਾਏ, ਧੱਕੇ ਨਾਲ ਹੋਵੇ, ਧੋੜੇ ਨਾਲ ਹੋਵੇ। ਤੇ ਉਹਦੇ ਵਿੱਚ ਜਿਹੜਾ ਸਿੱਧੂ ਸਾਹਿਬ ਦਾ ਇਹ ਕਹਿੰਦਾ, ਸਿੱਧੂ ਦਾ ਵੀ ਮੈਂ ਤਾਂ ਜੀ ਉੱਤੇ ਇਮਾਨਦਾਰ ਹੋਵੇ ਥੱਲੇ ਹੋਵੇ, ਇਮਾਨਦਾਰੀ ਤਾਂ ਦੋਵੇਂ ਪਾਸੋਂ ਚੱਲਦੀ ਹੈ।
ਜੇ ਉੱਤੇ ਇਮਾਨਦਾਰ ਆ ਉਹ ਡੰਡੇ ਨਾਲ ਖਿੱਚ ਲੈਂਦਾ ਵੀ ਚੰਗਾ ਦੇਖਾਂਗੇ ਕੰਮ ਕਿਵੇਂ ਨਹੀਂ ਕਰਦੇ। ਹੁਣ ਜੇ ਤੁਸੀਂ ਫੀਮ ਦੀ ਖੇਤੀ ਕਰਾਉਣੀ ਹੈ, ਲੋਕਾਂ ਨੂੰ ਪਤਾ ਨਹੀਂ ਵੀ ਫੀਮ ਦੀ ਖੇਤੀ ਨਾਲ ਕੀ ਨੁਕਸਾਨ ਹੋਇਆ। ਲੋਕਾਂ ਨੂੰ ਪਤਾ ਨਹੀਂ ਵੀ ਅੱਜ ਤਾਂ ਝੋਨਾ ਸੀ, ਚਲੋ ਸਾਨੂੰ ਕੋਈ ਆ ਕੇ ਐਕਸਾਈਜ਼ ਦਾ ਰੇਟ ਤਾਂ ਨਹੀਂ ਪੁੱਛਦਾ ਵੀ ਆ ਝੋਨਾ ਵੱਟ ਤੋਂ ਇੱਧਰ ਨੂੰ ਕਿਉਂ ਉੱਗ ਗਿਆ, ਜਾਂ ਤੇਰਾ ਇੰਨਾ ਘੱਟ ਕਿਉਂ ਨਿਕਲਿਆ ਜਾਂ ਵੱਧ ਕਿਉਂ ਨਿਕਲਿਆ। ਫਿਰ ਤਾਂ ਅਸੀਂ ਉਹਦੇ ਗੁਲਾਮ ਹੋ ਜਾਾਂਗੇ ਸਮਾਂ। ਇਹ ਇਹਨਾਂ ਨੂੰ ਪਤਾ ਹੀ ਨਹੀਂ ਵੀ ਫੀਮ ਦੀ ਖੇਤੀ ਆਏ ਨਹੀਂ ਹੈ ਵੀ ਜਾ ਕੇ ਖਸਖਸ ਬੀਜ ਦੋ ਤੇ ਹੋ ਜੂਗੀ। ਇਹਨਾਂ ਨੂੰ ਪਤਾ ਨਹੀਂ ਇੰਟਰਨੈਸ਼ਨਲ ਲੈਵਲ ਲਾ ਦਾ ਕੀ ਹੈ। ਤੁਹਾਡੇ ਖਿਆਲ 'ਚ ਵੀ ਪੰਜਾਬ ਇੰਟਰਨੈਸ਼ਨਲ ਲਾ ਚੋਂ ਨਿਕਲ ਸਕਦਾ? ਪੰਜਾਬ ਕਹਿ ਸਕਦਾ ਜੋ ਭਾਜੋ ਅਸੀਂ ਜੋ ਮਰਜ਼ੀ ਕਰਾਂਗੇ। ਜਿਹਨੂੰ ਇਹ ਨਹੀਂ ਪਤਾ ਉਹ ਕਾਹਦਾ ਰਾਜ ਕਰਨਗੇ। ਬਿਲਕੁਲ। ਫੀਮ ਦਾ ਜਿਹੜਾ ਖੇਤੀ ਹੋਣੀ ਹੈ, ਵਪਾਰ ਹੋਣਾ, ਇੰਟਰਨੈਸ਼ਨਲ ਲੈਵਲ ਤੇ ਕੰਟਰੋਲ ਹੈ। ਅੰਤਰਰਾਸ਼ਟਰੀ ਪੱਧਰ ਤੇ ਭਾਰਤ ਨੂੰ ਇਜਾਜ਼ਤ ਦਿੱਤੀ ਹੈ ਵੀ ਤੁਸੀਂ ਗਾਂ ਖੇਤੀ ਕਰਾ ਸਕਦੇ ਹੋ। ਮੱਧ ਪ੍ਰਦੇਸ਼ 'ਚ ਹੋ ਰਹੀ ਹੈ, ਮੰਦਸੌਰ ਦੇ ਕਿਸਾਨ ਸੁਈਸਾਈਡ ਕਰ ਰਹੇ ਨੇ। ਜਿੰਨੇ ਲਾਇਸੈਂਸ ਲਏ ਸੀ ਅੱਧੇ ਉਹ ਛੱਡ ਗਏ। ਜੇਲ੍ਹਾਂ 'ਚ ਨੇ ਉਹ ਇਸ ਕਰਕੇ, ਕਦੇ ਕਹਿੰਦੇ ਵੀ ਤੇਰਾ ਤਾਂ ਘੱਟ ਹੋਇਆ ਪੋਸਟ, ਕਦੇ ਕਹਿੰਦੇ ਜ਼ਿਆਦਾ ਹੋ ਗਿਆ, ਕਦੇ ਕਹਿੰਦੇ ਇੱਕ ਡਾਲ ਇੱਧਰ ਬੀਜਤਾ। ਉਹ ਕਿਸਾਨ ਜਿਹੜਾ ਮਾੜਾ ਮੋਟਾ ਆਜ਼ਾਦ ਹੈ, ਕਰਜ਼ੇ 'ਚ ਤਾਂ ਡੁੱਬਿਆ ਹੋਇਆ ਪਰ ਆਜ਼ਾਦ ਹੈ, ਉਹਨੂੰ ਐਕਸਾਈਜ਼ ਵਾਲਾ ਨਹੀਂ ਆ ਕੇ ਪੁੱਛਦਾ, ਉਹਨੂੰ ਐਕਸਾਈਜ਼ ਦਾ ਗੁਲਾਮ ਬਣਾ ਦੇਣਗੇ। ਮੈਂ ਤਾਂ ਇਸ ਗੱਲ ਦੇ ਉੱਤੇ ਜਿਹੜਾ ਸਾਡਾ ਸਿਆਸਤਦਾਨ ਹੈ, ਕਿਉਂਕਿ ਉਹ ਵਕਤੀ ਤੌਰ ਤੇ ਕੰਮ ਕਰਕੇ ਰਾਜੀ ਹੈ। ਲੋਕ ਜਿਹੜੀ ਚਾਹੁੰਦੇ ਨੇ ਉਹਦੇ ਪਿੱਛੇ ਲੱਗ ਕੇ ਰਾਜੀ ਹੈ। ਲੋਕਾਂ ਦੀ ਰਾਏ ਬਦਲਣੀ ਹੁੰਦੀ ਹੈ। ਲੋਕ ਫੀਮ ਖਾਂਦੇ ਸੀਗੇ ਤੇ 1950 ਤੋਂ ਬਾਅਦ ਉਹ ਟ੍ਰੈਂਡ ਬਦਲਿਆ ਗਿਆ, ਲੋਕਾਂ 'ਚ ਇੱਕ ਬਹਾ ਲਿਆਂਦਾ ਗਿਆ। ਔਰ ਸਾਡੇ ਇਹਨਾਂ ਨੇ ਦੇਖੇ ਨਹੀਂ, ਇਹਨਾਂ ਸਭ ਦੀ ਉਮਰ ਛੋਟੀ ਹੈ ਜਿਹੜੇ ਫੀਮ ਦੀ ਖੇਤੀ ਦੀ ਗੱਲ ਕਰਦੇ ਨੇ। ਮੈਂ ਉਹ ਫੀਮ 'ਚ ਦੇਖੇ ਨੇ, ਪੀਨਕ ਲੱਗੇ ਰਹਿੰਦੇ, ਟਿਚਰਾਂ ਹੋਈਆਂ ਹੁੰਦੀਆਂ ਸੀ ਉਹਨਾਂ ਨੂੰ, ਤੇ ਉਹ ਕਿਸੇ ਦਾ ਲੱਕੜ ਚੱਕ ਕੇ ਲੈ ਗਏ, ਕਿਸੇ ਦਾ ਪਤੀਲਾ ਚੱਕ ਕੇ ਲੈ ਗਏ, ਕਿਸੇ ਦੀ ਗੜਵੀ ਚੱਕ ਕੇ ਲੈ ਗਏ, ਜਾਂ ਫਿਰ ਘਰ ਦੀ ਚੱਕੀ ਚੱਕ ਕੇ ਵੇਚ ਦਿੰਦੇ ਸੀ। ਉਹ ਹਰੇਕ ਚੀਜ਼ ਵੇਚਣ ਨੂੰ ਤਿਆਰ ਹੁੰਦੇ। ਉਹਨਾਂ ਦੀ ਅਣਖ ਮਰੀ ਹੁੰਦੀ ਸੀ। ਭੋਰਾ ਕਿਸੇ ਫੀਮ 'ਚ ਨੇ ਅਣਖ ਦੀ ਗੱਲ ਨਹੀਂ ਕਰੀ। ਇਹ ਕੀ ਗੱਲਾਂ ਕਰਦੇ ਨੇ? ਫੀਮ 'ਚ ਮੁੜ ਕੇ ਪੰਜਾਬ ਨੂੰ, ਪੰਜਾਬ ਦੀ ਅਣਖ ਪਹਿਲੇ ਮਾਰੀ ਪਈ ਹੈ, ਇਹ ਜਮਾਂ ਹੀ ਖਤਮ ਕਰਨਾ ਚਾਹੁੰਦੇ ਨੇ ਫੀਮ ਦੀ ਖੇਤੀ ਕਰਾ ਕੇ। ਤੁਸੀਂ ਕੀ ਤੋਂ ਉਮੀਦ ਕਰੋਗੇ? ਤੁਸੀਂ ਇਹਨਾਂ ਤੋਂ ਉਮੀਦ ਕਰੋਗੇ? ਤੁਸੀਂ ਇਹ ਉਮੀਦ ਕਰੋਗੇ ਵੀ ਤਕੜਾ ਉੱਤੇ ਤਕੜਾ ਹੋਊਗਾ। ਮੰਨ ਲਿਆ ਇੱਕ ਸੀਐਮ ਤਕੜਾ ਹੈ, ਉਹਨੂੰ ਐਮਐਲਏ ਤਾਂ ਚਾਹੀਦੇ ਨੇ ਨਾ। ਬਿਲਕੁਲ। ਐਮਐਲਏ ਜੋ ਉਹਦੇ ਵਿਰੁੱਧ ਨੋ ਕੌਨਫੀਡੈਂਸ ਪਾਸ ਕਰਨੇ, ਫਿਰ ਕੀ ਕਰੂਗਾ? ਕਿਉਂਕਿ ਜਿਹੜੇ ਇਮਾਨਦਾਰ ਨੇ ਉਹ ਸਾਰੀਆਂ ਪਾਰਟੀਆਂ 'ਚ ਬਟੇ ਹੋਏ ਨੇ ਜੀ। ਉਹਨਾਂ ਦੀ ਇੱਕ ਦੂਜੇ ਨਾਲ ਵੀ ਨਹੀਂ ਬਣਦੀ। ਆਪਦੀ ਈਗੋ ਦੇ ਆਪਦੇ 100 ਮਸਲੇ ਨੇ। ਉਹ ਇਕੱਠੇ ਹੋ ਕੇ ਸਿਰ ਜੋੜ ਕੇ, ਜੇ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਸੀ ਉਹ ਸਿਰ ਜੋੜ ਕੇ ਕਰ ਸਕਦੇ ਸੀ। ਉਹ ਤਾਂ ਵੱਖਰੇ ਵੱਖਰੇ ਬਟੇ ਹੋਏ ਨੇ। ਸਾਰੇ ਆਪਦੀ ਆਪਦੀ ਹਾਈ ਕਮਾਂਡ ਦੇ ਥੱਲੇ ਲੱਗੇ ਹੋਏ ਨੇ, ਇਮਾਨਦਾਰ ਹੋ ਕੇ ਵੀ। ਔਰ ਇੱਕ ਇਮਾਨਦਾਰ ਦਾ ਮੈਂ ਤੁਹਾਨੂੰ ਪ੍ਰਗਟ ਸਿੰਘ ਦਾ ਹਾਲ ਦੱਸਤਾ ਵੀ ਜਾ 1168 ਭਰਤੀ ਕਰੇ ਨੇ, ਉਹਦੇ 'ਚ ਕਾਨੂੰਨ ਵੀ ਤੋੜਤਾ, ਉਹਦੇ 'ਚ ਤੌਰ ਤਰੀਕਾ ਵੀ ਤੋੜਤਾ, ਉਹਦੇ 'ਚ ਠੱਗੀ ਵੀ ਪੂਰੀ ਹੋ ਗਈ। ਤੇ ਪ੍ਰਗਟ ਸਿੰਘ ਵਿਚਾਰਾ ਸ਼ਰੀਫ ਵੀ ਹੈ, ਫਸ ਵੀ ਗਿਆ ਖੁਦ, ਕਿਉਂਕਿ ਉਹਨਾਂ ਦੇ ਹੱਕ 'ਚ ਬਿਆਨ ਦਵਾਤੇ, ਚੋਰਾਂ ਦੇ ਹੱਕ 'ਚ ਬਿਆਨ ਦਵਾਤੇ। ਮੈਂ ਥੋੜੀ ਜਿਹੀ ਉਦਾਹਰਨ ਦਿੰਦਾ ਇੱਕ। ਮੈਨੂੰ ਰਜਿਸਟਰ ਲਾਇਆ ਗਿਆ ਯੂਨੀਵਰਸਿਟੀ ਦਾ, ਉਦੋਂ ਪਹਿਲਾਂ ਜਿਹੜਾ ਚੋਰ ਮਾਫੀਆ ਸੀ, ਜਿਹੜਾ ਪੇਪਰ ਲੀਕ ਮਾਫੀਆ ਸੀ, ਇੱਕ ਪ੍ਰਗਟ ਸਿੰਘ ਦੀ ਤਰ੍ਹਾਂ ਬਹੁਤ ਹੀ ਇਮਾਨਦਾਰ, ਬਹੁਤ ਹੀ ਸ਼ਰੀਫ ਵਾਈਸ ਚਾਂਸਲਰ ਸੀ। ਉਹ ਤੋਂ ਬਿਆਨ ਇਹ ਦਵਾਉਣੇ ਸ਼ੁਰੂ ਕਰਤੇ ਵੀ ਸਰਕਾਰ ਪੈਸਾ ਕੋਈ ਦਿੰਦੀ ਨਹੀਂ, ਯੂਨੀਵਰਸਿਟੀ ਕਿਵੇਂ ਚੱਲੂਗੀ? ਇਹ ਤਾਂ 3 ਕਮਰਿਆਂ ਦਾ, ਇੱਥੇ ਤਾਂ ਪੇਪਰ ਲੀਕ ਹੋਣਾ ਹੀ ਹੋਣਾ, ਕਿਉਂਕਿ ਪੇਪਰ ਲੀਕ ਉਹਨਾਂ ਨੇ ਕਰਨਾ ਸੀ। ਉਹ ਤੋਂ ਬਿਆਨ ਦਵਾਉਣੇ ਸ਼ੁਰੂ ਕਰਤੇ। ਉਹ ਜਦ ਮੈਨੂੰ ਕਿਹਾ ਵੀ, ਮੈਂ ਕਿਹਾ ਮੈਂ ਕਾਹਦੇ ਵਾਸਤੇ ਰਜਿਸਟਰ ਲੱਗਣਾ ਜੇ ਤੁਸੀਂ ਆਹੀ ਬਿਆਨਬਾਜ਼ੀ ਕਰਨੀ ਹੈ? ਕਹਿੰਦੇ ਕਿਉਂ? ਮੈਂ ਪੇਪਰ ਲੀਕ ਕਿਉਂ ਨਹੀਂ ਬੰਦ ਹੋ ਸਕਦਾ? ਪੇਪਰ ਲੀਕ ਤਾਂ ਟਿੱਬੇ ਤੇ ਬਹਿ ਕੇ ਵੀ ਬੰਦ ਹੋ ਜੂ। ਪੇਪਰ ਲੀਕ ਨੂੰ ਕਮਰੇ ਕੀ ਕਰਨੇ ਨੇ? ਕਿਲੇ ਵਰਗੀਆਂ ਯੂਨੀਵਰਸਿਟੀਆਂ 'ਚ ਵੀ ਪੇਪਰ ਲੀਕ ਹੋ ਜਾਂਦੇ ਨੇ, ਟਿੱਬਿਆਂ ਤੇ ਨਹੀਂ ਲੀਕ ਹੁੰਦੇ। ਬਿਲਕੁਲ। ਤੇ ਦੂਜਾ, ਸਰਕਾਰ ਨੇ ਤੁਹਾਨੂੰ ਇਸ ਵਾਸਤੇ ਤਾਂ ਲਾਇਆ ਨਹੀਂ ਵੀ ਤੁਸੀਂ ਰੋਜ਼ ਸਰਕਾਰ ਨੂੰ ਗਾਲਾਂ ਕੱਢੀ ਜਾਓ। ਤੁਹਾਨੂੰ ਕੀ ਪਤਾ ਨਹੀਂ ਸੀ ਵੀ ਪੈਸੇ ਨਹੀਂ ਹੈਗੇ? ਆ ਮਨਪ੍ਰੀਤ ਹੁਣ ਰੋਜ਼ ਮੂੰਹ ਜਾ ਭੀਚੀ ਕੇ ਕਹਿ ਦਿੰਦੇ ਸੀ ਵੀ ਹੁਣ ਤਾਂ ਪੈਸਾ ਖਜ਼ਾਨਾ ਖਾਲੀ ਹੈ। ਉਹਨਾਂ ਨੂੰ ਪੁੱਛੋ ਜਿੱਦੇ ਤੂੰ ਮੰਤਰੀ ਬਣਿਆ ਸੀ ਉਹਦਾ ਖਜ਼ਾਨਾ ਖਾਲੀ ਨਹੀਂ ਸੀ। ਦੂਜੀ ਗੱਲ, ਤੂੰ ਬਣ ਗਿਆ, ਖਜ਼ਾਨਾ ਖਾਲੀ ਹੈ ਤੇ ਤੂੰ ਮੁੜ ਕੇ ਭਰਿਆ ਨਹੀਂ ਜਾਂਦਾ। ਤੂੰ ਖਜ਼ਾਨਾ ਮੰਤਰੀ ਆ, ਤੂੰ ਛੱਡ ਜੇ, ਤੂੰ ਕਹੋ ਭਾਈ ਮੇਰੇ ਤੋਂ ਤਾਂ ਖਜ਼ਾਨਾ ਭਰਿਆ ਨਹੀਂ ਜਾਂਦਾ, ਜਿੱਤੋਂ ਭਰਿਆ ਜਾਂਦਾ ਉਹ ਭਰ ਲਓ। ਤੂੰ ਕਿਉਂ ਨਹੀਂ ਛੱਡਦਾ? ਮੁੱਖ ਮੰਤਰੀ ਬਦਲਦਾ, ਖਜ਼ਾਨਾ ਮੰਤਰੀ ਤੂੰ ਹੀ ਆ ਦੁਬਾਰਾ। ਮੰਨ ਲਓ ਉਹ ਕਹੂਗਾ ਜੀ ਮੈਨੂੰ ਇਹਨਾਂ ਨੇ ਕਿਹਾ, ਕਹੋ ਜੀ ਮੈਂ ਨਹੀਂ ਬਣਨਾ ਕਿਉਂਕਿ ਖਜ਼ਾਨਾ ਮੇਰੇ ਤੋਂ ਭਰਿਆ ਨਹੀਂ ਜਾਣਾ, ਪੈਸੇ ਤੁਸੀਂ ਹੁਣ ਦੇਣੇ ਨੇ। ਅਮਰਿੰਦਰ ਵੇਲੇ ਤਾਂ ਮੇਰੀ ਉਹ ਗੱਲ ਮੰਨ ਲੈਂਦਾ ਸੀ, ਉਹਨੇ ਡੀਏਡੂਏ ਕੁਛ ਨਹੀਂ ਦਿੱਤਾ, ਤੁਸੀਂ ਤਾਂ ਹੁਣ ਆ ਕੇ ਖਜ਼ਾਨੇ ਦਾ ਮੂੰਹ ਖੋਲ੍ਹਣਾ, ਪੈਸੇ ਉਹਦੇ 'ਚ ਹੈ ਨਹੀਂ, ਤੁਸੀਂ ਕਰਜ਼ਾ ਲੈ ਕੇ ਭਰੋਗੇ। ਮੇਰੀ ਆਤਮਾ ਨਹੀਂ ਮੰਨਦੀ ਵੀ ਮੈਂ ਭਰਾਂ, ਤੁਸੀਂ ਮੈਨੂੰ ਭਾਵੇਂ ਕਾਂਗਰਸ 'ਚੋਂ ਕੱਢ ਦਿਓ, ਮੈਨੂੰ ਨਾ ਬਣਾਓ ਵਜ਼ੀਰ। ਪਰ ਉਹ ਤਾਂ ਬਣ ਗਿਆ ਚੌੜਾ ਹੋ ਕੇ। ਉਹਦੇ ਸਾਹਮਣੇ ਬੋਲਦੇ ਨੇ ਵੀ ਦੇਖੋ ਜੀ ਖਜ਼ਾਨਾ ਇੰਨਾ ਖਾਲੀ ਨਹੀਂ, ਉਹ ਚੁੱਪ ਰਹਿੰਦਾ। ਤੁਸੀਂ ਕਿਹਦੇ ਤੋਂ ਵਿਸ਼ਵਾਸ ਕਰੋਗੇ? ਬਿਲਕੁਲ। ਕੀ ਕਰੋਗੇ? ਸੋ ਇਸ ਕਰਕੇ ਜਿੰਨਾ ਚਿਰ ਇੱਥੇ ਇੱਕ ਲਹਿਰ ਨਹੀਂ ਚੱਲਦੀ, ਜਿੰਨਾ ਚਿਰ ਲੋਕ ਨਹੀਂ ਇਕੱਠੇ ਹੁੰਦੇ। ਦੇਸ਼ ਪਹਿਲਾਂ ਵੀ ਦੇਸ਼ ਦੇ ਵਿੱਚ ਬਹੁਤ ਸਾਰੇ ਗਦਾਰ ਸੀਗੇ, ਬਹੁਤ ਸਾਰੇ ਅੰਗਰੇਜ਼ਾਂ ਦੇ ਟੋਡੀ ਸੀਗੇ, ਬਹੁਤ ਸਾਰੇ ਪੈਸਾ ਇਕੱਠਾ ਕਰਨ ਵਾਲੇ ਸੀ, ਬਹੁਤ ਸਾਰੇ ਵਿਆਜ ਤੇ ਪੈਸਾ ਦੇ ਕੇ ਇਕੱਠਾ ਕਰਦੇ ਸੀ, ਬਹੁਤ ਸਾਰਿਆਂ ਨੇ ਜ਼ਮੀਨਾਂ ਵੰਡੀਆਂ ਹੋਈਆਂ ਸੀ, ਵੱਡੇ ਜਾਗੀਰਦਾਰ ਸੀਗੇ। ਪਰ
ਉਹਨਾਂ ਦੇ ਖਿਲਾਫ ਇੱਕ ਅੰਗਰੇਜ਼ ਦੇ ਖਿਲਾਫ ਮੂਵਮੈਂਟ ਹੋਈ। ਉਸ ਮੂਵਮੈਂਟ ਚੋਂ ਇੱਕ ਚੰਗਾ ਸ਼ਿਸ਼ਟਾਚਾਰ ਨਿਕਲਿਆ। ਇਹ ਐਵੇਂ ਨਹੀਂ ਦੇਸ਼ ਏਦਾਂ ਤਰੱਕੀ ਕਰ ਗਿਆ, ਐਵੇਂ ਨਹੀਂ ਇੰਨੇ ਸਕੂਲ ਕਾਲਜ ਯੂਨੀਵਰਸਿਟੀਆਂ ਖੁੱਲ੍ਹ ਗਈਆਂ, ਇੰਨੇ ਹਸਪਤਾਲ ਖੁੱਲ੍ਹ ਗਏ, ਐਵੇਂ ਨਹੀਂ ਲੋਕਾਂ ਦੀ ਉਮਰ ਐਵਰੇਜ ਉਮਰ ਹੈ ਜਿਹੜੀ 70 ਸਾਲ ਤੇ ਪਹੁੰਚ ਗਈ, 66 ਸਾਲ ਤੇ, ਜਿਹੜੀ ਪਹਿਲਾਂ 40 ਸਾਲ ਸੀਗੀ। ਇਹ ਕੋਈ ਕਾਰਨ ਨੇ। ਕਾਰਨ ਇਹ ਨੇ ਵੀ ਇੱਕ ਲਹਿਰ ਸੀ, ਲੋਕ ਲਹਿਰ ਸੀ। ਜਿੱਦਾਂ ਲਹਿਰ ਬਣਦੀ ਹੈ, ਇੱਕ ਛੋਟੀ ਜਿਹੀ ਉਦਾਹਰਨ ਦਿਓ ਇਸ ਲਹਿਰ ਦੀ। ਲਹਿਰ ਕੀ ਕਰਦੀ ਹੈ? 1947 ਚ ਜਿਹੜੇ ਬੱਚੇ 1 ਸਾਲ ਤੋਂ ਪਹਿਲਾਂ ਮਰਦੇ ਨੇ, ਇੱਕ ਪਹਿਲਾ ਜਨਮ ਦਿਨ ਮਨਾਉਣ ਤੋਂ ਪਹਿਲਾਂ, ਉਹ 1000 ਨਵੇਂ ਜੰਮੇ ਬੱਚਿਆਂ ਦੇ ਪਿੱਛੇ, ਜਿਉਂਦੇ ਜੰਮੇ ਬੱਚਿਆਂ ਦੇ ਪਿੱਛੇ 144 ਮਰਦੇ ਸੀ। 1990 ਤੱਕ ਆ ਕੇ ਉਹਨਾਂ ਦੀ ਗਿਣਤੀ 98 ਰਹਿ ਗਈ ਸੀ, ਯਾਨੀ ਕਿ ਇੱਕ ਹਰ ਸਾਲ ਘਟਿਆ, ਇੱਕ ਦਰ ਹਰ ਸਾਲ ਘਟੀ। 90 ਤੋਂ ਲੈ ਕੇ 93 ਤੱਕ ਉਹ 78 ਰਹਿ ਗਈ, 20 ਘਟ ਗਈ 3 ਸਾਲਾਂ 'ਚ। ਉਦੋਂ ਨਾ ਕੋਈ ਨਵੇਂ ਹਸਪਤਾਲ ਖੁੱਲ੍ਹੇ, ਨਾ ਕੋਈ ਨਵੇਂ ਜਨੇਪਾ ਸੈਂਟਰ ਖੁੱਲ੍ਹੇ, ਨਾ ਕੋਈ ਨਵੀਂ ਦਵਾਈ ਆਈ, ਨਾ ਕੋਈ ਸਿਹਤ ਦਾ ਅਮਲਾ ਭਰਤੀ ਕਰਿਆ ਗਿਆ, ਨਾ ਕੋਈ ਟੀਕਾਕਰਨ ਜ਼ਿਆਦਾ ਹੋਇਆ। ਸਿਰਫ ਇੱਕੋ ਗੱਲ ਹੋਈ, ਉਹ ਇਹ ਕਿ ਇੱਕ ਸਾਖਰਤਾ ਲਹਿਰ ਚੱਲ ਪਈ ਪੂਰੇ ਮੁਲਕ ਦੇ ਵਿੱਚ। ਜਿਹੜਾ ਮਰਜ਼ੀ ਪ੍ਰਾਈਮ ਮਿਨਿਸਟਰ ਆਇਆ, ਬੀਜੇਪੀ ਦੀ ਸਰਕਾਰ ਆਈ, ਅਟਲ ਬਿਹਾਰੀ ਵਾਜਪਾਈ ਜੀ ਪ੍ਰਾਈਮ ਮਿਨਿਸਟਰ ਰਹੇ ਨੇ, ਸਾਰਿਆਂ ਨੇ ਇਹ ਕਰ ਲਿਆ ਵੀ ਦੇਸ਼ ਨੂੰ ਪੜ੍ਹਾਉਣਾ ਹੈ। ਉਹ ਪੜ੍ਹਾਉਣ ਨਾਲ ਔਰਤਾਂ, ਦਲਿਤ, ਪਿੰਡਾਂ ਦੀਆਂ ਔਰਤਾਂ, ਉਹਨਾਂ ਨੂੰ ਥੋੜ੍ਹਾ ਕਨਾ ਕਾਗਜ਼ ਪੜ੍ਹਨਾ ਆ ਗਿਆ। ਉਹ ਪੜ੍ਹਨਾ ਆਉਣ ਦੇ ਨਾਲ ਹੀ, ਔਰ ਉਹ ਵੱਡੀਆਂ ਵੱਡੀਆਂ ਸਟੱਡੀਜ਼ ਹੋਈਆਂ ਨੇ ਵੀ ਅੱਧੀ ਮੌਤ ਦਰ ਇਸੇ ਨਾਲ ਹੀ ਘਟ ਜਾਂਦੀ ਹੈ। ਹਸਪਤਾਲ ਖੋਲ੍ਹ ਕੇ ਕੀ ਕਰੋਗੇ ਜੇ ਇੰਨੀ ਗੱਲ ਨਾਲ ਹੀ ਮੌਤ ਦਰ ਘਟ ਜਾਣੀ ਹੈ? ਔਰ ਉਹ ਘਟੀ 78 ਰਹਿ ਗਈ ਸੀ। ਹੁਣ ਤਾਂ ਹੋਰ ਵੀ ਬਹੁਤ ਘਟ ਗਈ, ਉਦੋਂ 78 ਰਹਿ ਗਈ ਸੀ। ਪਰ 78 ਉਹ 3 ਸਾਲਾਂ 'ਚ ਰਹੀ। ਹੁਣ 48 'ਚ ਆਈ ਹੈ ਪਿਛਲੇ 20 ਸਾਲਾਂ 'ਚ, 48 40 'ਚ। 20 ਸਾਲਾਂ ਦੇ ਵਿੱਚ, 20 ਨਹੀਂ ਬਲਕਿ 25 ਸਾਲਾਂ 'ਚ 38 ਘਟੀ ਹੈ, ਨਾ 30। 25 ਸਾਲਾਂ 'ਚ 30 ਘਟੀ ਹੈ, 30 35। ਉਦੋਂ ਪਹਿਲਾਂ 47 ਤੋਂ ਲੈ ਕੇ 90 ਤੱਕ 43 ਸਾਲਾਂ 'ਚ 45 ਘਟੀ ਸੀ, 46। ਤੇ ਪਰ 3 ਸਾਲਾਂ 'ਚ 21 ਘਟੀ, 20 ਘਟੀ, 98 ਤੋਂ 78 'ਤੇ ਆਈ। ਕੀ ਫਰਕ ਹੈ? ਸਾਹਮਣੇ ਦਿਖਦਾ ਹੈ ਨਾ ਫਰਕ। ਜਿਹੜਾ ਸਾਹਮਣੇ ਫਰਕ ਦਿਖਦਾ ਇਹ ਹੈ ਵੀ ਇੱਕ ਮੂਵਮੈਂਟ, ਇੱਕ ਲਹਿਰ, ਕਿਸਾਨੀ ਦੀ ਲਹਿਰ ਉੱਠੀ। ਆਪਣੇ ਸਾਹਮਣੇ ਹੁਣ ਦਾ ਤਾਜ਼ਾ ਤਜਰਬਾ ਹੈ। ਉਹੀ ਤੁਸੀਂ ਦੱਸੋ, ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ, ਗਾਜੀਪੁਰ ਬਾਰਡਰ ਤੇ ਕਿਹੜਾ ਬੰਦਾ ਜਿਹੜਾ ਨਸ਼ੇ ਨਾਲ ਮਰਿਆ ਹੋਵੇ? ਨੌਜਵਾਨ ਉੱਥੇ ਸੀਗੇ ਨਾ, ਬੰਦੇ ਉੱਥੇ ਸੀਗੇ ਨਾ, ਐਡੀ ਵੱਡੀ ਪਬਲਿਕ ਬੈਠੀ ਸੀ, ਔਰ ਦੁੱਖੜੇ ਬੜੇ ਚੱਲ ਰਹੇ ਸੀ। ਇੱਕ ਘੱਟ ਦਿਨ ਵੀ ਆ ਤਾਂ ਜੀ ਨਸ਼ੇ ਨਾਲ ਮਰ ਗਿਆ ਉੱਥੇ। ਐਕਸੀਡੈਂਟ ਹੋ ਕੇ ਮਰੇ ਨੇ, ਗੁੰਡਿਆਂ ਨੇ ਹਮਲੇ ਕਰੇ ਨੇ, ਉੱਥੇ ਅੱਗਾਂ ਲਾਈਆਂ ਨੇ। ਇਹਦੇ ਬਾਵਜੂਦ ਫਿਰ ਇੱਕ ਬੰਦੇ ਨੇ ਕਿਸੇ ਲੜਕੀ ਨੂੰ ਛੇੜਿਆ ਹੋਵੇ, ਇੱਕ ਨੇ, ਕੋਈ ਐਗਜ਼ਾਮਪਲ ਦੇ ਦੇਣ। ਜਿਹੜਾ ਉਹ ਬਾਹਰੋਂ ਆਏ, ਉਹ ਬੈਠ ਕੇ, ਉਹ ਤਾਂ ਗੋਂਦ ਕੇ ਆਏ ਸੀਗੇ, ਇਹਨਾਂ ਨੂੰ ਬਦਨਾਮ ਕਰਨ ਵਾਸਤੇ ਆਏ ਸੀਗੇ, ਜਿਹੜੀ ਲੜਕੀ ਦੀ ਕਹਾਣੀ ਦੱਸਦੇ ਨੇ। ਕੋਈ ਇਹ ਜਿਹੜੇ ਵਲੰਟੀਅਰ ਸੀ ਉੱਥੇ, ਜਿਹੜੇ ਨੌਜਵਾਨ ਪਾਰਟੀਸਪੇਟ ਕਰ ਰਹੇ ਸੀ, ਉਹਨਾਂ ਦਾ ਦੱਸ ਦਿਓ ਕਿਵੇਂ ਕੌਨਫੀਡੈਂਸ ਜਾ ਗਿਆ? ਕਿਹੜੀ ਪੁਲਿਸ ਸੀ ਉੱਥੇ, ਕਿਹੜੀ ਫੌਜ ਸੀ? ਬਲਕਿ ਉਲਟ ਕਰਦੇ ਸੀ ਪੁਲਿਸ ਬਹੁਤ ਜ਼ਿਆਦਾ। ਤਾਂ ਫਿਰ ਕਿਹੜਾ ਬਜ਼ੁਰਗ ਉੱਥੇ ਰਹਿ ਗਿਆ ਵੀ ਉਹਨੂੰ ਗਿੱਲੇ 'ਚ ਪਾਈ ਰੱਖਿਆ ਜੀ, ਸਾਰਾ ਦਿਨ ਕਿਸੇ ਨੇ ਉਹਨੂੰ ਚੁੱਕਿਆ ਹੀ ਨਹੀਂ? ਇੱਕ ਦਿਖਾ ਦੇਣਾ। ਕਿਹੜਾ ਬੰਦਾ ਉੱਥੇ ਭੁੱਖਾ ਰਹਿ ਗਿਆ? ਕਿਹੜੇ ਬੰਦੇ ਨੇ ਉੱਥੇ ਵੀ ਅੰਨ ਆਪਦੇ ਘਰੇ ਹੀ ਲੈ ਗਿਆ ਚੱਕ ਕੇ, ਸਾਰਾ ਰੋਟੀ ਪੱਕੀ ਹੋਈ? ਕਿਉਂਕਿ ਉਹ ਮੂਵਮੈਂਟ ਸੀ। ਗਲਤੀਆਂ ਉਹ 'ਚ ਵੀ ਹੋਈਆਂ ਹੋਣਗੀਆਂ, ਨੁਕਸ ਵੀ 100 ਹੋਣਗੇ, ਪਰ ਮੂਵਮੈਂਟ ਨੁਕਸਾਂ ਦੇ ਬਾਵਜੂਦ, ਗਲਤੀਆਂ ਦੇ ਬਾਵਜੂਦ ਆਪਦੀ ਤਾਕਤ ਰੱਖਦੀ ਹੈ ਕਿ ਆਪਦੇ ਆਪ ਨੂੰ ਸੁਧਾਰ ਲੇ, ਸਿੱਧਾ ਕਰ ਲੇ। ਉਹਨੇ ਇੱਕ ਉਮੀਦ ਜਗਾਤੀ ਸੀ ਪੂਰੇ ਅੰਤਰਰਾਸ਼ਟਰੀ ਪੱਧਰ ਤੇ। ਔਰ ਮੈਨੂੰ ਹੁਣ ਵੀ ਆਸ ਹੈ, ਆ ਮੁੜ ਕੇ ਸਾਰੇ ਇਕੱਠੇ ਹੋ ਰਹੇ ਨੇ, SSM ਵੀ ਇਕੱਠਾ ਹੋ ਰਿਹਾ ਉਹਨਾਂ ਨਾਲ, ਇਹਨਾਂ ਨੇ ਮੁੜ ਕੇ ਉਹ ਮੂਵਮੈਂਟ ਸਿਰਜਣੀ ਹੈ, ਕਿਉਂਕਿ ਉਹੀ ਮੂਵਮੈਂਟ ਹੱਦ ਕਰੇਗੀ। ਤੇ ਇਹ ਇਕੱਠੇ ਹੋ ਜਾਣੇ ਨੇ। ਮੈਨੂੰ ਯਕੀਨ ਹੈ ਇਹ ਵੀ ਥੋੜ੍ਹੇ ਕਨੇ ਹਰਖ ਮਾਖ ਤੇ ਹੋ ਜਾਂਦੇ ਨੇ, 100 ਤਰ੍ਹਾਂ ਦੀਆਂ ਬੰਦੇ ਗਲਤੀਆਂ ਕਰਦੇ ਨੇ, 100 ਤਰ੍ਹਾਂ ਦੇ ਮਤਭੇਦ ਹੁੰਦੇ ਨੇ, ਪਰ ਫਿਰ ਵੀ ਇਕੱਠੇ ਹੋ ਕੇ ਇਹ ਮੂਵਮੈਂਟ ਲੜਨਗੇ। ਇਹ ਦੁਬਾਰਾ ਦੱਸਣਗੇ ਵੀ ਦੇਸ਼ ਨੂੰ ਕਿਵੇਂ ਰਸਤਾ ਦਿਖਾਇਆ ਜਾ ਸਕਦਾ ਹੈ। ਬਿਲਕੁਲ ਡਾਕਟਰ ਸਾਹਿਬ, ਜਿੱਥੋਂ ਤੱਕ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਚਰਚਾ ਛੇੜਤੀ, ਬੀਜੇਪੀ ਵਾਲਿਆਂ ਨੇ ਪਹਿਲਾਂ ਛੇੜੀ ਸੀ ਕਿ ਦਲਿਤ ਮੁੱਖ ਮੰਤਰੀ ਫੈਕਟਰ, ਜਿਹੜਾ ਹੁਣ ਕਾਂਗਰਸ ਵੀ ਸੋਚ ਕੇ ਪੈਰ ਧਰ ਰਹੀ ਹੈ ਕਿ ਜੇਕਰ ਚੰਨੀ ਸਾਹਿਬ ਨੂੰ ਨਹੀਂ ਐਲਾਨਿਆ ਜਾਂਦਾ ਤਾਂ ਦਲਿਤ ਵੋਟ ਕਿੱਥੇ ਜਾਂਦੀ ਆ, ਜਾਂ ਫਿਰ ਕਹਿ ਲਓ ਕਿ ਕਾਂਗਰਸ 'ਚ ਕਲੇਸ਼ ਕਿੰਨਾ ਕੁ ਵੱਧਦਾ ਆ, ਜਾਂ ਫਿਰ ਜੇ ਨਵਜੋਤ ਸਿੱਧੂ ਨੂੰ ਲਿਆਂਦਾ ਜਾਂਦਾ ਤਾਂ ਕਿੱਥੇ ਕੁ ਫਾਇਦਾ ਹੋਣਾ? ਕਿਉਂਕਿ ਪਾਰਟੀਆਂ ਆਪੋ ਆਪਣਾ ਹਿੱਤ ਸੋਚਦੀਆਂ, ਇਹਨਾਂ ਨੇ ਇਹ ਤਾਂ ਸੋਚਣਾ ਨਹੀਂ ਕਿ ਪੰਜਾਬ ਦਾ ਭਲਾ ਕਿੱਥੇ ਆ, ਪੰਜਾਬ ਨੂੰ ਫਾਇਦਾ ਕਿੱਥੇ ਹੁੰਦਾ। ਇਹ ਕਿੰਨਾ ਕੁ ਜਾਇਜ਼ ਹੈ ਇਹ ਅੱਜ ਦੀ ਸਿਆਸਤ ਦੇ ਵਿੱਚ? ਦੇਖੋ ਜਾਇਜ਼ ਕਿੱਥੋਂ ਹੈ? ਪਹਿਲੀ ਗੱਲ, ਜਿਹੜਾ ਬੰਦਾ ਆਪਦਾ ਨਹੀਂ ਬਣਿਆ, ਆਪਦੀ ਪਾਰਟੀ ਦਾ ਨਹੀਂ ਬਣਿਆ, ਦੂਜੇ ਦਾ ਕੀ ਬਣਨਾ? ਚੰਨੀ ਨੇ ਆਪਦਾ ਭਰਾ ਖੜਾ ਕਰਿਆ, ਕਹਿ ਕੇ ਕਰਿਆ, ਜਿੰਨਾ ਮਰਜ਼ੀ ਜ਼ੋਰ ਲਾ ਲਓ। ਫਿਰ ਕਾਂਗਰਸ ਨੂੰ ਹਰਾਉਣਾ ਹੈ ਨਾ ਬਸੀ ਪਠਾਣਾ 'ਚ। ਰਾਣਾ ਗੁਰਜੀਤ ਨੇ ਚੀਮੇ ਦੇ ਖਿਲਾਫ ਆਪਦਾ ਮੁੰਡਾ ਖੜਾ ਕਰਿਆ, ਉਹਨੂੰ ਹਰਾਉਣ ਵਾਸਤੇ ਖੜਾ ਕਰਿਆ ਨਾ, ਜਿੱਤਣਾ ਤਾਂ ਦੋਵਾਂ ਨੇ ਨਹੀਂ। ਫਿਰ
ਹੂੰ ਕੇਪੀ ਚੰਨੀ ਦਾ ਰਿਸ਼ਤੇਦਾਰ ਹੈ, ਉਹ ਖੜਾ ਹੋ ਰਿਹਾ ਪ੍ਰਗਟ ਸਿੰਘ ਦੇ ਖਿਲਾਫ। ਉਹ ਹੂੰ ਹਰਾਉਣ ਵਾਸਤੇ ਹੈ ਨਾ, ਵੀ ਇਮਾਨਦਾਰ ਆਦਮੀ ਹਾਰ ਜੇ। ਤੁਸੀਂ ਮੈਨੂੰ ਦੱਸੋ, ਜਿਹੜੇ ਕਾਂਗਰਸੀ ਆਪਦੇ ਬਾਜਵੇ ਨੇ ਆਪਦਾ ਭਰਾ ਖੜਾ ਕਰਤਾ, ਦੂਜੇ ਬੀਜੇਪੀ ਚ ਲਿਜਾ ਕੇ ਕਰਤਾ। ਜਿਹੜੇ ਕਾਂਗਰਸੀ ਆਪਦੀ ਕਾਂਗਰਸ ਨੂੰ ਹਰਾਉਣ ਵਾਸਤੇ ਪੈਰਲਲ ਖੜੇ ਕਰ ਰਹੇ ਨੇ, ਵੀ ਮੈਨੂੰ ਟਿਕਟ ਨਹੀਂ ਵਾਧੂ ਮਿਲੀ, ਮੈਂ ਤਾਂ ਖੜੇ ਕਰਨਾ। ਚੰਨੀ ਸਾਹਿਬ 2 ਜਗ੍ਹਾ ਤੋਂ ਲੜ ਰਹੇ ਨੇ, ਤੇ ਉਹ ਕੋਈ ਮਤਲਬ ਲੋਕਾਂ ਦੇ ਫਾਇਦੇ ਵਾਸਤੇ ਕਰ ਰਹੇ ਨੇ। ਚੰਨੀ ਸਾਹਿਬ ਦੇ ਭਰਾ ਦਾ ਕਿਹੜਾ ਗੁਣ ਹੈ ਸਿਵਾਏ ਇਸ ਦੇ ਕੋਈ ਕਸਮ ਹੋ ਰਿਹਾ? ਇਹ ਨਹੀਂ ਮੈਨੂੰ ਪਤਾ ਵੀ 25 ਦੀ 26 ਬਣਾਉਂਦਾ ਰਿਹਾ, ਨਹੀਂ ਬਣਾਉਂਦਾ ਰਿਹਾ, ਲੋਕਾਂ ਦਾ ਇਲਾਜ ਕਰਦਾ ਸੀ ਜਾਂ ਨਹੀਂ ਕਰਦਾ ਸੀ, ਹਾਜ਼ਰ ਰਹਿੰਦਾ ਸੀ, ਕਿਉਂਕਿ ਉਹ ਬੜਾ ਸਭ ਤੋਂ ਜੂਨੀਅਰ ਹੈ। ਪਰ ਰਿਹਾ ਤਾਂ ਇੱਕ ਡਾਕਟਰ ਹੀ ਹੈ ਨਾ ਸਰਕਾਰੀ। ਬਿਲਕੁਲ। ਹੁਣ ਆ ਕੇ ਨੌਕਰੀ ਛੱਡਤੀ, ਨਾਲੇ ਪੈਨਸ਼ਨ ਲੈ ਰਿਹਾ, ਨਾਲੇ ਉਹਨੇ ਚੋਣ ਲੜਨੀ ਵੀ ਮੈਂ ਤਾਂ ਲੈਣੀ, ਕਿਉਂਕਿ ਮੇਰਾ ਭਰਾ CM ਹੈ। ਭਾਂਜਾ ਐਡੀ ਵੱਡੀ ਠੱਗੀ ਮਾਰ ਰਿਹਾ ਕਿਉਂਕਿ ਮੇਰਾ ਮਾਸੜ CM ਹੈ। ਜੇ ਇਹੀ ਹੈ, ਜੇ ਇਹੀ ਤਕਾਜ਼ਾ ਹੈ, ਤੇ ਜੇ ਆਪਦੇ ਰਿਸ਼ਤੇਦਾਰਾਂ ਨੂੰ ਟਿਕਟ ਦੇਣਾ ਹੈ, ਅੰਨਾ ਬੰਦੇ ਸੀਰ ਨਹੀਂ ਮਿਲਕਰ ਆਪਣਿਆਂ ਨੂੰ ਦੇ, ਫਿਰ ਠੀਕ ਹੈ। ਦੂਜੀ ਗੱਲ, ਜਾਤ ਪਾਤ ਦਾ ਸਵਾਲ। 32% ਵੋਟ ਹੈ, 31.94% ਵੋਟ ਹੈ ਸ਼ੈਡਿਊਲਡ ਕਾਸਟਾਂ ਦੀ। ਉਹਦੇ 'ਚ ਆਦ ਧਰਮੀ ਨੇ, ਉਹਦੇ 'ਚ ਵਾਲਮੀਕੀ ਨੇ, ਉਹਦੇ 'ਚ ਰਵਿਦਾਸੀ ਨੇ। ਅੱਗੋਂ ਰਵਿਦਾਸੀਆਂ 'ਚ ਹਿੰਦੂ ਰਵਿਦਾਸੀ ਨੇ, ਸਿੱਖ ਰਵਿਦਾਸੀ ਨੇ। ਇੱਦਾਂ ਹੀ ਵਾਲਮੀਕਿਆਂ 'ਚ ਹਿੰਦੂ ਰਵਿਦਾਸੀ ਨੇ, ਸਿੱਖ ਹਿੰਦੂ ਵਾਲਮੀਕੀ ਨੇ, ਸਿੱਖ ਵਾਲਮੀਕੀ ਨੇ। ਫਿਰ ਉਹ ਸ਼ਹਿਰੀ ਨੇ, ਪੇਂਡੂ ਨੇ, ਉਹ ਬੀਜੇਪੀ ਦੇ ਨਾਲ ਵੀ ਨੇ। ਇਹਨਾਂ ਦੇ ਕਿੰਨੇ ਬੰਦੇ ਨੇ ਜਿਹੜੇ ਬੀਜੇਪੀ ਦੇ ਨਾਲ? ਲੱਦੜ ਸਾਹਿਬ ਬੀਜੇਪੀ ਦੇ ਨਾਲ ਹੀ ਨੇ, ਉਹ ਸ਼ੈਡਿਊਲਡ ਕਾਸਟ ਹੀ ਨੇ। ਸੋਮ ਪ੍ਰਕਾਸ਼ ਸ਼ੈਡਿਊਲਡ ਕਾਸਟ ਹੀ ਨੇ, ਸਾਂਪਲਾ ਜੀ ਸ਼ੈਡਿਊਲਡ ਕਾਸਟ ਹੀ ਨੇ। ਉਹ ਸਾਰੇ ਇਹਨਾਂ ਦੇ ਨਾਲ ਹੀ ਨੇ। ਤੁਹਾਡੇ ਖਿਆਲ 'ਚ ਉਹਨਾਂ ਦਾ ਕੋਈ ਦਰ ਨਹੀਂ? ਇੱਦਾਂ ਹੀ ਜਿਹੜੇ ਆਪ ਵਾਲੇ ਨੇ, ਆਪ ਵਾਲੇ 13 MLA ਸ਼ੈਡਿਊਲਡ ਕਾਸਟ ਸੀਗੇ, ਤੁਹਾਡੇ ਖਿਆਲ 'ਚ ਉਹਨਾਂ ਦਾ ਕੋਈ ਦਰ ਨਹੀਂ? ਆਪ ਦੇ 20 'ਚ 13 MLA ਸ਼ੈਡਿਊਲਡ ਕਾਸਟ ਸੀਗੇ, ਉਹਨਾਂ ਦਾ ਵੀ ਕੋਈ ਆਧਾਰ ਹੈਗਾ? ਇਸ ਤਰ੍ਹਾਂ ਅਕਾਲੀਆਂ 'ਚ ਆਧਾਰ ਨਹੀਂ, ਰਣੀ ਕੇ ਹੋਰ ਫਲਾਣੇ ਕਿੰਨੇ ਵਜ਼ੀਰ ਸੀਗੇ ਜਿਹੜੇ ਆ ਟੀਨੂ ਵਗੈਰਾ ਜੋ ਵੀ ਨੇ, ਤਾਂ ਉਹਨਾਂ ਦਾ ਕੋਈ ਆਧਾਰ ਨਹੀਂ ਤੁਹਾਡੇ ਖਿਆਲ 'ਚ? ਇੱਦਾਂ ਹੀ BSP ਹੈ ਹੀ ਸ਼ੈਡਿਊਲਡ ਕਾਸਟਾਂ ਦੀ ਪਾਰਟੀ, ਉਹਦਾ ਕੋਈ ਆਧਾਰ ਨਹੀਂ। ਕੀ ਗੱਲਾਂ ਕਰਦੇ ਨੇ ਇਹ? ਕਿੱਥੋਂ ਇਹ ਕਹਿੰਦੇ ਨੇ ਵੀ ਅਸੀਂ ਉੱਥੋਂ ਜੀ ਸਾਨੂੰ ਆ ਫਲਾਣਾ? ਇਹ ਜਿਹੜਾ ਜਾਤ ਪਾਤ ਦੇ ਨਾਂ ਦੇ ਉੱਤੇ ਵੋਟਾਂ ਨੂੰ ਵੰਡਣਾ, ਇਹ ਵੀ ਕਾਂਗਰਸ ਦੀ ਵੀ ਚਾਲ ਹੈ, ਬੀਜੇਪੀ ਦੀ ਵੀ ਚਾਲ ਹੈ, ਤੇ ਅਕਾਲੀਆਂ ਦੀ ਵੀ ਹੈ। ਅਕਾਲੀ ਗੱਲ ਕਰੋ ਵੀ ਉਹਨਾਂ ਆਪਦਾ ਸਿੱਖੀ ਦੇ ਉੱਤੇ ਜ਼ਿਆਦਾ ਸਿੱਖੀ ਦੇ ਨਾਂ ਤੇ ਵੋਟ ਲੈਣਾ ਚਾਹੁੰਦੇ ਨੇ, ਸਿੱਖੀ ਦਾ ਤਾਂ ਉਹ ਵੀ ਕੁਝ ਨਹੀਂ ਕਰ ਰਹੇ, ਉਹਨਾਂ ਦਾ ਵੀ ਹਾਲ ਆਪਾਂ ਨੂੰ ਪਤਾ ਹੀ ਹੈ। ਸੋ ਇਸ ਕਰਕੇ ਜਾਤ ਪਾਤ ਦੇ ਨਾਂ ਤੇ ਵੋਟ ਦੇਣੀ, ਇਹ ਤਾਂ ਕਾਂਗਰਸ ਦੀਆਂ ਕੈਲਕੂਲੇਸ਼ਨਾਂ ਨੇ, ਜਿਹੜੀਆਂ ਮਰਜ਼ੀ ਕਰੇ। ਉਹ ਸਿੱਧੂ ਨੂੰ ਬਣਾਵੇ ਨਾ ਬਣਾਵੇ, ਉਹਨੂੰ ਬਾਹਰ ਕੱਢ ਦੇਵੇ, ਸਿੱਧੂ ਲੜੇ ਨਾ ਲੜੇ, ਛੱਡ ਜੇ ਰਹੇ, ਇਹਦਾ ਮੇਰਾ ਕੋਈ ਕੰਸਰਨ ਨਹੀਂ ਹੈ। ਪ੍ਰਗਟ ਰਹੇ ਨਾ ਰਹੇ, ਮੇਰਾ ਕੋਈ ਕੰਸਰਨ ਨਹੀਂ ਹੈ। ਮੇਰਾ ਕੰਸਰਨ ਨਹੀਂ ਹੈ ਸੁਖਪਾਲ ਸਿੰਘ ਖਹਿਰਾ ਇਹਨਾਂ 'ਚ ਰਹਿੰਦਾ ਨਹੀਂ ਰਹਿੰਦਾ। ਹਾਲਾਂਕਿ ਉਹਦੇ ਉੱਤੇ ED ਦਾ ਕੇਸ ਬਣਾਇਆ, ED ਨੇ ਜੋ ਕੁਝ ਕਿਹਾ ਉਹ ਤਾਂ ਪਬਲਿਕਲੀ ਸਾਬਤ ਵੀ ਨਹੀਂ ਕਰ ਸਕੇ, ਪਰ ਉਹਦੇ ਤਾਂ ਕਾਂਗਰਸ ਦੇ ਮੂੰਹ ਨੂੰ, ਉਹਦੇ ਤਾਂ ਇਹਨਾਂ ਦੀ ਹਾਈ ਕਮਾਂਡ ਨੂੰ ਕੋਈ ਚਿੰਤਾ ਨਹੀਂ ਹੋਈ ਵੀ ਇੱਕ ਇਮਾਨਦਾਰ ਬੰਦਾ ਯਾਰ, ਜਿਹੜਾ UAPA ਦੇ ਖਿਲਾਫ ਬੋਲਦਾ ਸੀ, ਜਿਹੜਾ ਬੇਅਦਬੀਆਂ ਦੇ ਖਿਲਾਫ ਬੋਲਦਾ ਸੀ, ਜਿਹੜਾ ਕੇਂਦਰ ਸਰਕਾਰ ਨਾਲ ਟੱਕਰ ਰਹਿੰਦਾ ਸੀ, ਉਹ ਤਾਂ 70 ਦਿਨ ਅੰਦਰ ਰਹਿ ਕੇ ਆਇਆ। ਉੱਥੇ ਤਾਂ ਬੋਲੇ ਨਹੀਂ, ਉੱਥੇ ਤਾਂ ਇਹਨਾਂ ਨੂੰ ਕੋਈ ਖੁਰਕ ਨਹੀਂ ਹੋਈ। ਹੁਣ ਜਿਹੜਾ ਮਹਾ ਚੋਰੀ ਕਰਦਾ ਉਹ ਤਾਂ ਖੁਰਕ ਹੋ ਗਈ। ਇਹ ਤੋਂ ਪਤਾ ਲੱਗਦਾ ਹੈ ਵੀ ਇਹ ਇਮਾਨਦਾਰੀ ਦੀ ਗੱਲ ਹੀ ਨਹੀਂ ਕਰਦੇ। ਇਹਨਾਂ ਨੂੰ ਇਮਾਨਦਾਰ ਬੰਦਾ ਚਾਹੀਦਾ ਹੀ ਨਹੀਂ, ਇਹਨਾਂ ਨੂੰ ਬੇਈਮਾਨ ਚਾਹੀਦੇ ਨੇ, ਮੇਰਾ ਆਖਰੀ ਵਾਲੇ ਚਾਹੀਦੇ ਨੇ ਜੀ। ਮੇਰਾ ਆਖਰੀ ਸਵਾਲ ਹੈ ਡਾਕਟਰ ਸਾਹਿਬ, ਹੁਣ ਕਹਿੰਦੇ ਕਾਂਗਰਸ ਨੇ ਮੋੜਾ ਕੱਟਿਆ, ਫੈਡਰਲਿਜ਼ਮ ਦੀ ਗੱਲ ਰਾਹੁਲ ਗਾਂਧੀ ਹੋਣੀ ਲੋਕ ਸਭਾ 'ਚ ਜਾਂ ਜਨ ਸਭਾਵਾਂ 'ਚ ਗੱਲ ਕਰ ਰਹੇ ਨੇ ਕਿ ਭਾਰਤ ਵੱਖ-ਵੱਖ ਜਿਹੜੇ ਸੂਬਿਆਂ ਦੇ ਨਾਲ ਮਿਲ ਕੇ ਇੱਕ ਸਟੇਟ, ਜਿਹੜੀਆਂ ਸਟੇਟਾਂ ਨੇ ਉਹਨਾਂ ਦੇ ਨਾਲ ਮਿਲ ਕੇ ਬਣਦਾ ਆ। ਪਰ ਜਦੋਂ ਸੂਬਿਆਂ ਨੂੰ ਖੁਦਮੁਖਤਿਆਰੀ ਦੇਣ ਦੀ ਗੱਲ ਆਉਂਦੀ ਹੈ, ਕਿਉਂਕਿ ਕੇਂਦਰ 'ਚ ਇਹ ਵੀ ਰਹੇ ਨੇ, ਜਦੋਂ ਸੂਬਿਆਂ ਨੂੰ ਸਾਰੇ ਅਧਿਕਾਰ ਦੇਣ ਦੀ ਗੱਲ ਆਉਂਦੀ ਹੈ, ਸੂਬਿਆਂ ਦੀ ਜਿਹੜੀ ਸਿਆਸਤ ਹੈ, ਉੱਥੋਂ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਖੁੱਲ੍ਹ ਦੇਣ ਦੀ ਗੱਲ ਆਉਂਦੀ ਹੈ ਕਿ ਤੁਸੀਂ ਆਪਣੇ ਫੈਸਲੇ ਆਪ ਲਓ, ਸਟੇਟਾਂ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਸਟੇਟਾਂ ਦੇ ਵਿੱਚ ਕਿਵੇਂ ਕਾਰਪੋਰੇਸ਼ਨਾਂ ਬਣਾਉਣੀਆਂ ਜਾਂ ਕਿਵੇਂ ਮਾਫੀਆ ਰਾਜ ਖਤਮ ਕਰਨਾ। ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਉੱਥੇ ਏਦਾਂ ਲੱਗਦਾ ਕੋਈ ਦੋਹਰਾ ਮਾਪਦੰਡ ਚੱਲਦਾ ਕਾਂਗਰਸ ਦੇ ਵਿੱਚ। ਨਹੀਂ, ਇਕੱਲੇ ਪੰਜਾਬ 'ਚ ਹੀ ਨਹੀਂ ਹੈ, ਕਾਂਗਰਸ ਦਾ ਆਪਦਾ ਹੀ ਦੋਹਰਾ ਮਾਪਦੰਡ ਹੈ। ਉੱਥੇ ਉਹ ਕਹਿੰਦੇ ਨੇ ਫੈਡਰਲਿਜ਼ਮ ਦੀ ਗੱਲ ਕਰਦੇ ਨੇ, ਚੰਗੀ ਗੱਲ ਸੀ। RSS ਨਾਲ ਲੜਨ ਦੀ ਗੱਲ ਕਰੀ ਸੀ, ਜਾਤ ਪਾਤ ਨੂੰ ਛੱਡਣ ਦੀ ਗੱਲ ਕਰੀ ਸੀ, ਪਰ ਅਮਲ ਦੇ ਵਿੱਚ ਉਹ ਹੋ ਨਹੀਂ ਰਹੀ। ਅਮਲ 'ਚ ਤਾਂ ਪੰਜਾਬ 'ਚ ਜੋ ਕੁਝ ਕਰ ਰਹੇ ਨੇ ਤਾਂ ਜਮਾਂ ਹੀ ਉਲਟਾ ਕਰ ਰਹੇ ਨੇ। ਪੰਜਾਬ 'ਚ ਨਾ ਤਾਂ ਉਹ ਫੈਡਰਲਿਜ਼ਮ ਦੀ ਗੱਲ ਕਰਦੇ ਨੇ, ਆਪਦੀ ਪਾਰਟੀ ਦੀ ਵੀ ਫੈਡਰਲਿਜ਼ਮ ਕੋਈ ਨਹੀਂ ਹੈ ਪੰਜਾਬ 'ਚ, ਨਾ ਉਹ ਦੋ ਭਾਸ਼ਾ ਬੋਲਦੇ ਨੇ, ਨਾਲੇ ਸਿੱਧੂ ਦੇ ਹੱਕ 'ਚ ਬੋਲੀ ਜਾਂਦੇ ਨੇ, ਚੰਨੀ ਦੇ ਹੱਕ 'ਚ ਬੋਲੀ ਜਾਂਦੇ। ਤੁਸੀਂ ਬੈਠ ਕੇ ਅਗਲੇ ਨੂੰ ਕਰੋ ਵੀ ਦੇਖੋ ਬੰਦੇ ਬਣ ਕੇ ਲੜਿਓ, ਨਹੀਂ ਤਾਂ ਛੱਡ ਦਿਓ, ਕੋਈ ਗੱਲ ਨਹੀਂ। ਇੱਕ ਵਾਰੀ ਕਾਂਗਰਸ ਟੋਲਰੇਟ ਕਰ ਲੈ ਵੀ ਪੰਜਾਬ ਹਾਰ ਜਾਗੇ ਤਾਂ ਕੀ ਹੈ, ਪਹਿਲਾਂ ਕੀ 10 ਸਾਲ ਹਾਰੇ ਨਹੀਂ ਰਹੇ। ਬਿਲਕੁਲ, ਕਿਉਂਕਿ ਜਿੱਤਣਾ ਹੈ, ਹਰ ਹਾਲਤ 'ਚ ਜਿੱਤਣਾ, ਉਹਦੇ ਵਾਸਤੇ ਸਾਰੇ ਜੋੜ ਤੋੜ ਕਰਨੇ ਨੇ। ਜਦ ਚੋਣਾਂ ਜਿੱਤਣ ਤੋਂ ਪਹਿਲਾਂ ਜੋੜ ਤੋੜ ਕਰਦੇ ਨੇ, ਬਾਅਦ 'ਚ ਕਿਉਂ ਨਹੀਂ ਕਰਨਗੇ? ਮੇਰਾ ਇਹ ਵੱਡਾ ਸਵਾਲ ਹੈ। ਜਿੱਦੇ ਤੁਸੀਂ, ਜੇ ਭਾਰਤ ਨੂੰ ਤੁਸੀਂ ਫੈਡਰਲਿਜ਼ਮ ਦਾ ਅਸਲੀ ਰੂਪ ਦੇਣਾ ਹੈ, ਜੇ ਤੁਸੀਂ ਨੇਸ਼ਨ ਨੂੰ ਦੇਣਾ ਹੈ, ਤਾਂ ਮੂਵਮੈਂਟ ਤੋਂ ਗੱਲਾਂ ਮਾਰ ਕੇ
ਕੱਲੀ ਪਾਰਲੀਮੈਂਟ 'ਚ ਵੋਟ ਕੇ, ਲੋਕ ਸਭਾ 'ਚ ਵੋਟ ਕੇ, ਰਾਜ ਸਭਾ 'ਚ ਵੋਟ ਕੇ, ਕੱਲੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਨਹੀਂ ਲੈ ਸਕਦੇ, ਬਿਲਕੁਲ ਕਿਉਂਕਿ ਫੈਡਰਲਿਜ਼ਮ ਕੱਲੀ ਪੋਲੀਟੀਕਲ ਪਾਰਟੀ ਨੇ ਨਹੀਂ ਦੇਣਾ ਜਨਾਬ। ਫੈਡਰਲਿਜ਼ਮ ਇੱਥੋਂ ਦੀ ਕਹਿੰਦੇ ਅਸੀਂ ਡੀਪ ਸਟੇਟ ਕਦੇ ਖਤਮ ਨਹੀਂ ਹੁੰਦੀ। ਪਾਰਟੀ ਜਿਹੜੀ ਮਰਜ਼ੀ ਆ ਜੇ, ਤੁਹਾਡੇ ਖਿਆਲ 'ਚ ਇੱਥੇ ਅੰਬਾਨੀ ਅਡਾਨੀ ਖਤਮ ਹੋ ਜਾਣਗੇ? ਤੁਹਾਡੇ ਖਿਆਲ 'ਚ ਇੱਥੋਂ ਦੀ ਬਿਊਰੋਕ੍ਰੇਸੀ ਖਤਮ ਹੋ ਜੂਗੀ? ਇੱਥੋਂ ਦੀ CBI, ED, CBC ਉਹ ਖਤਮ ਹੋ ਜੂਗਾ? ਇੱਥੋਂ ਦੇ ਜੇਲ੍ਹਾਂ, ਪੁਲਿਸ, ਅਦਾਲਤਾਂ ਉਹ ਖਤਮ ਹੋ ਜਾਣਗੀਆਂ? ਉਹ ਕੌਣ ਚਾਹੁੰਦਾ ਹੈ? ਉਹ ਤਾਂ ਚੋਣ ਨਹੀਂ ਨਾ ਕਰਦੇ। ਬਿਲਕੁਲ। ਸੋ ਇਹ ਇੱਕ ਪੋਲੀਟੀਕਲ ਪਾਰਟੀ ਉਹਦੇ 'ਚ ਕੀ ਕਰੂਗੀ? ਪੋਲੀਟੀਕਲ ਪਾਰਟੀ ਜੇ ਉਹਨਾਂ ਦੇ ਹੱਕ ਦੀ ਗੱਲ ਕਰੂਗੀ, ਜਿਵੇਂ BJP ਕਰ ਰਹੀ ਹੈ, ਫਿਰ ਚਲਾਈਓ ਡੰਡਾ ਜਿੰਨਾ ਚਲਾਉਣਾ। ਜਿੱਦਾਂ ਪੋਲੀਟੀਕਲ ਪਾਰਟੀ ਮਾੜਾ ਜਿਹਾ ਉਲਟਾ ਕਰਨ ਲੱਗੇਗੀ, ਸਾਰੇ ਪ੍ਰਚਾਰ ਦੇ ਸਾਧਨ ਉਹਨਾਂ ਕੋਲ ਨੇ, ਇਹਨਾਂ ਦੇ ਪੱਖ 'ਚ ਉਧੇੜ ਦੇਣੇ ਨੇ, ਕਿਉਂਕਿ ਥੱਲੇ ਮੂਵਮੈਂਟ ਤਾਂ ਕਰਦੇ ਨਹੀਂ। ਬਿਲਕੁਲ। ਕਿਹੜੀ ਮੂਵਮੈਂਟ ਕਰੀ ਹੈ? ਦੂਜੀ ਗੱਲ, ਲਾਲਚੀ ਇਹਨਾਂ ਦੇ ਬੰਦੇ। ਆ ਸਿੰਧੀਆ ਗਿਆਨੀ ਟੁੱਟ ਗਏ, ਇਹ ਯੰਗ ਬ੍ਰਿਗੇਡ ਦਾ ਹੀ ਸੀ। ਸਚਿਨ ਪਾਇਲਟ ਜਾਣ ਨੂੰ ਤਿਆਰ ਸੀ, ਹਾੜੇ ਕੱਢ ਕੇ ਰੋਕਿਆ। ਕਰਨਾਟਕਾ 'ਚ ਟੁੱਟ ਕੇ ਨਹੀਂ ਗਏ। ਆ ਇੱਥੋਂ ਉਹ ਇੱਕ ਜਿੱਤਿਆ ਹੋਇਆ ਰਲਿਆ ਨਹੀਂ BJP ਦੇ ਨਾਲ, ਤਾਂ ਹੀ BJP ਚੰਡੀਗੜ੍ਹ ਦੇ ਵਿੱਚ ਆਪਦਾ ਮੇਅਰ ਬਣਾ ਗਈ। ਕਾਂਗਰਸ ਦਾ ਬੰਦਾ ਰਲਿਆ, ਉਹ ਆਪ ਵਾਲਿਆਂ ਦਾ ਨਹੀਂ ਰਲਿਆ। ਸੋ ਇਸ ਕਰਕੇ ਆਪਾਂ ਇਹ ਮੰਨ ਕੇ ਚੱਲੀਏ, ਹੁਣ ਵੀ ਹੰਗ ਅਸੈਂਬਲੀ ਆਏਗੀ ਪੰਜਾਬ 'ਚ ਜੇ ਮਤਲਬ ਬਹੁਤੀ ਗੱਲ ਹੋਈ। ਨਹੀਂ ਤਾਂ ਫਿਰ ਪਹਿਲਾਂ ਕਾਂਗਰਸੀਆਂ ਦਾ ਪੈਰ ਥੱਲੇ ਬਟੇਰਾ ਆ ਰਿਹਾ ਸੀ। ਮੈਨੂੰ ਤਾਂ ਲੱਗਦਾ ਨਹੀਂ, ਜਿਹੋ ਜਿਹੇ ਹਾਲ ਕਰ ਰਹੇ ਨੇ, ਲੋਕਾਂ ਨੇ ਆਪ ਹੀ ਫੈਸਲਾ ਕਰਨਾ ਵੀ ਯਾਰ ਜਿਹੜੇ ਬੰਦੇ ਅੱਜ ਹੀ ਮਾਫੀਆ ਨੂੰ ਐਡਾ ਵੱਡਾ ਸਪੋਰਟ ਕਰਦੇ, ਉੱਤੇ ਤੱਕ ਪੂਰੀ ਨੈਸ਼ਨਲ ਕਾਂਗਰਸ, ਫਿਰ ਮਾਫੀਆ ਹੀ ਕਰਨਗੇ ਨਾ ਇਹ। ਫਿਰ ਇੱਥੋਂ ਦੇ ਪੁਲ ਦੇ ਉੱਤੋਂ ਜਿੱਦੇ ਸਤਲੁਜ ਦਾ ਪੁਲ ਡਿੱਗਿਆ, ਬੱਸਾਂ ਉਹਦੇ 'ਚ ਦਰਿਆ 'ਚ ਡਿੱਗੀਆਂ ਸਤਲੁਜ ਦੇ ਵਿੱਚ, ਉਹਦੇ ਇਹਨਾਂ ਨਿਆਲਾ ਕਹਿ ਦੇਣਾ। ਇਹਨਾਂ ਤਾਂ ਚਾਂਦੀ ਬਣ ਜਾਣੀ ਹੈ ਵੀ ਹੁਣ ਬੱਸ ਕੱਢਣ ਵਾਸਤੇ, ਕ੍ਰੇਨ ਲੈਣ ਵਾਸਤੇ ਪੈਸੇ ਵੀ ਖਰਚ ਕਰੋ, ਪੈਸੇ ਖਾਓ। ਇਹਨਾਂ ਤਾਂ ਪੈਸੇ ਖਾਣ ਦੀ ਕਾਨ ਖੁੱਡ ਜਾਣੀ ਹੈ। ਜਿਹੜੇ ਬੰਦੇ ਪੁਲ ਦੇ ਪਿੱਲਰ ਦੇ ਥੱਲੋਂ ਮਿੱਟੀ ਕੱਢ ਰਹੇ ਨੇ, ਜਿਹੜੇ ਬੰਦੇ ਜੰਗਲ ਦੀ ਰੱਖ ਹੈ, ਜਿਹੜੀ ਰੱਖ ਹੈ ਉਹ ਜ਼ਮੀਨ, ਉਹ ਰੱਖ ਨੂੰ ਖਰਾਬ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਪ੍ਰੋਟੈਕਟ ਕਰ ਰਹੇ ਹੋ, ਉਹਨਾਂ ਨੂੰ ਸੰਰਕਸ਼ਣ ਦੇ ਰਹੇ ਹੋ। ਬਿਲਕੁਲ। ਤੇ ਜਿਹੜੇ ਬੰਦਿਆਂ ਨੇ ਰੇਤ ਮਾਫੀਆ ਦੇ ਉੱਤੇ ਇੱਕ ਪੱਤਰਕਾਰ ਨੂੰ ਮਾਰਤਾ, ਜਲੰਧਰ ਰੋਡ ਤੇ, ਪਠਾਨਕੋਟ ਰੋਡ ਤੇ ਦਰੜ ਕੇ ਮਾਰਤਾ, ਉਸ ਰੇਤ ਮਾਫੀਆ ਦੀ ਤੁਸੀਂ ਮਦਦ ਕਰ ਰਹੇ ਹੋ, ਤੇ ਤੁਹਾਡੇ ਤੋਂ ਕੀ ਉਮੀਦ ਕਰਾਂਗੇ ਵੀ ਤੁਸੀਂ ਪੰਜਾਬ ਦਾ ਕੁਝ ਕਰੋਗੇ? ਬਿਲਕੁਲ ਬਿਲਕੁਲ। ਹੱਦ ਹੈ ਇਹ ਗੱਲਾਂ ਮਾਰਨ ਨੂੰ ਬੜੀਆਂ ਸੌਖੀਆਂ ਨੇ। ਇਹ ਪੂਰੇ ਮੁਲਕ ਦਾ ਇੱਕ ਇਸ ਗੱਲ ਚੋਂ 100 ਗੱਲਾਂ ਕਹਿਣ, ਮਮਤਾ ਬੈਨਰਜੀ ਨੇ ਫਿਰ ਵੀ ਕੁਝ ਕਰਿਆ, ਕੋਸ਼ਿਸ਼ ਕਰੀ ਹੈ ਲੜਨ ਦੀ। ਜਿੰਨੀ ਇਹਨਾਂ ਦੇ ਤਾਂ ਈਗੋ, ਮੈਨੂੰ ਤਾਂ ਲੱਗਦਾ ਇਹਨਾਂ ਦਾ ਕੋਈ ਸਿਸਟਮ ਹੀ ਨਹੀਂ ਹੈ। ਤੁਸੀਂ ਘੱਟੋ ਘੱਟ ਪੰਜਾਬ ਨੂੰ ਇੱਕ ਚੰਗਾ ਰਾਜ ਦੇਣਾ ਸੀ। ਪਹਿਲਾਂ ਤਾਂ ਤੁਸੀਂ ਮੰਨੋ ਕਿ ਜੇ ਅਮਰਿੰਦਰ ਸਿੰਘ ਨੇ ਗਲਤ ਕਰਿਆ ਸੀ, ਤੁਹਾਡੇ ਤਾਂ MLA ਇਹ ਕਹੀ ਜਾਂਦੇ ਨੇ, ਤੁਹਾਡੇ ਮਿਨਿਸਟਰ ਕਹੀ ਜਾਂਦੇ ਵੀ 70% ਡਿਮਾਂਡ ਤਾਂ ਅਸੀਂ 80% ਤਾਂ ਪਹਿਲਾਂ ਹੀ ਪੂਰੀ ਕਰਤੀ ਸੀ। ਜੇ 80% ਪੂਰੀ ਕਰਤੀ ਸੀ, ਫਿਰ ਅਮਰਿੰਦਰ ਨੂੰ ਲਾਹਿਆ ਕਿਉਂ? ਬਿਲਕੁਲ। ਜਿਹੜੇ ਅਮਰਿੰਦਰ ਨੂੰ ਤੁਸੀਂ ਆਪਦਾ ਮਸੀਹਾ ਮੰਨਦੇ ਸੀ, ਉਹ ਜਾ ਕੇ BJP ਦੀ ਕੁੱਛੜ 'ਚ ਬਹਿ ਗਿਆ। ਜੇ ਉਹ BJP ਦੀ ਕੁੱਛੜ 'ਚ ਬਹਿ ਗਿਆ, ਜੇ ਤੁਹਾਡੇ ਬੰਦੇ ਬਾਜਵਾ ਛੱਡ ਕੇ ਕੁੱਛੜ 'ਚ ਬਹਿ ਗਿਆ BJP ਦੀ 'ਚ, ਹੋਰ ਛੱਡ ਕੇ ਜਾ ਕੇ BJP ਦੀ ਕੁੱਛੜ 'ਚ ਬੈਠਣ ਨੂੰ ਤਿਆਰ ਨੇ, ਅਜੇ ਜਿੱਤੇ ਨਹੀਂ ਹੈਗੇ, ਅਜੇ ਟਿਕਟ ਲੈਣ ਦੀ ਆਸ 'ਚ ਬੈਠੇ ਨੇ। ਜਿੱਦਾਂ ਉਹਨਾਂ ਨੂੰ ਚੇਅਰਮੈਨੀਆਂ, ਮਿਨਿਸਟਰੀਆਂ ਦੇਗੀ BJP, ਪੈਸਾ ਦੇਗੀ, ਉਹਦੇ ਕਿਉਂ ਨਹੀਂ ਬੈਠਣਗੇ? ਜੀ ਬਿਲਕੁਲ ਬਿਲਕੁਲ। ਤੁਸੀਂ ਜਿਹੜਾ ਬੰਦਾ ਕਹਿੰਦੇ ਬੱਕਰੀ ਦੀ ਮਾਂ ਕਰ ਕਰ ਖੈਰ ਬਣਾਊ, ਜਿਹੜਾ ਬੰਦਾ ਵਿਕਾਊਗਾ ਸਮਾਜ 'ਚ, ਉਹਨੇ ਤਾਂ ਵਿਕਣਾ ਹੀ ਹੈ। ਉਹਦੇ ਮੁੱਲ ਦਾ ਫਰਕ ਹੈ, ਕੋਈ ਜ਼ਿਆਦਾ ਪਵਾ ਲੂ, ਕੋਈ ਘੱਟ ਪਵਾ ਲੂ। ਜਦੋਂ ਵਿਕਣ ਨੂੰ ਤਿਆਰ ਹੈ, ਨਾ ਕੋਈ ਉਹਦਾ ਅਸੂਲ ਹੈ, ਨਾ ਕੋਈ ਉਹਦੀ ਗੱਲ ਹੈ, ਉਹ ਕਹਿੰਦਾ ਵੀ ਆਪਾਂ ਤਾਂ ਬਸ ਆਪਾਂ ਨੂੰ ਤਾਂ ਤਾਕਤ ਚਾਹੀਦੀ ਹੈ। ਜਿਹੜੇ ਤਾਕਤ ਦੇ ਭੁੱਖੇ ਨੇ, ਜਿਹੜੇ ਤਾਕਤ ਦੇ ਪਿੱਛੇ ਚੱਲ ਰਹੇ ਨੇ, ਜਿਹੜੇ ਜਾਤ ਪਾਤ ਦੇ ਨਾਂ ਤੇ ਵੋਟ ਮੰਗ ਰਹੇ ਨੇ, ਜਿਹੜੇ ਖਜ਼ਾਨੇ ਨੂੰ ਲੁਟਾ ਕੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਕਰੀਬ, ਇਹ ਦੱਸਣ ਕਿੱਥੋਂ ਆ ਰਿਹਾ ਉਹ ਪੈਸਾ? ਕਰਜ਼ਾ ਜਿਹੜਾ ਲੋਕਾਂ ਨੂੰ ਮੈਂ ਕਰਜ਼ਾ ਚੜਾ ਕੇ ਤੇ ਆਪਦੀ ਖੁਸ਼ੀ, ਵੋਟਾਂ, ਇਹ ਵੀ ਵੋਟਾਂ ਖਰੀਦਣਾ। ਸਾਰੇ ਮੁਲਾਜ਼ਮਾਂ ਨੂੰ ਇੰਨਾ ਪੈਸਾ ਦਿੱਤਾ ਜਿਹੜੇ ਵੋਟਾਂ ਖਰੀਦਣੀ ਹੈ। ਆ ਮੈਂ ਕੱਲ੍ਹ ਦੇਖ ਲਿਆ ਸੀ, ਮੇਰੇ ਖਾਤੇ ਆ ਗਏ ਪੈਸੇ, ਪੈਨਸ਼ਨਾਂ ਵੀ ਵਧਾਤੀਆਂ। ਤੁਸੀਂ ਜਿਹੜੇ ਜਾਇਜ਼ ਗੱਲ ਆ, ਉਹ ਤੁਸੀਂ 5 ਸਾਲ ਕੁਝ ਨਹੀਂ ਕਰਿਆ। ਤੁਸੀਂ 5 ਸਾਲ ਲੋਕਾਂ ਨੂੰ ਨੌਕਰੀ ਦਿੰਦੇ, ਮਾੜੀ ਮੋਟੀ ਥੋੜੀ ਦੇ ਦਿੰਦੇ। ਤੁਸੀਂ 5 ਸਾਲ ਜਿਹੜੀ DA ਦੀ ਕਿਸ਼ਤੀ ਮਾੜੀ ਮੋਟੀ ਅੱਧੀ ਦੇ ਦਿੰਦੇ, ਉਹ ਜਮਾ ਹੀ ਨਹੀਂ ਦਿੱਤੀ ਉਦੋਂ। ਹੁਣ ਤੁਸੀਂ ਉਹੀ ਦੇਈ ਜਾਂਦੇ ਹੋ, ਲੁਟਾਈ ਜਾਂਦੇ ਹੋ। ਇਹਦਾ ਮਤਲਬ ਤੁਸੀਂ ਤਾਂ ਖਰੀਦ ਰਹੇ ਹੋ ਲੋਕਾਂ ਨੂੰ। ਮੈਂ ਤਾਂ ਮੁਲਾਜ਼ਮਾਂ ਨੂੰ ਵੀ ਬੇਨਤੀ ਕਰਾਂਗਾ ਵੀ ਉਹਨਾਂ ਨੇ ਆਪਦੇ ਸੰਘਰਸ਼ ਨਾਲ ਜੋ ਕੁਝ ਲਿਆ ਹੈ, ਚੰਗਾ ਹੈ ਮਾੜਾ ਹੈ, ਹਾਲਾਂਕਿ ਮੈਂ ਉਹਦੇ ਬਹੁਤ ਖਿਲਾਫ ਹਾਂ, ਪਰ ਘੱਟੋ ਘੱਟ ਇਹ ਸੋਚ ਲੈਣ ਵੀ ਇਹ ਕਾਂਗਰਸ ਨੇ ਨਹੀਂ ਦਿੱਤਾ, ਇਹ ਭੁਲੇਖਾ ਛੱਡ ਦੇਣ। ਤੇ ਇਹ ਜਿਹੜਾ ਹੈਗਾ, ਇਹ ਉਹਨਾਂ ਨੇ ਲੜ ਲੁੜ ਕੇ, ਕਾਂਗਰਸੀਆਂ ਨੇ ਉਹਨਾਂ ਦੀ ਵੋਟ ਖਰੀਦਣ ਦੀ ਕੋਸ਼ਿਸ਼ ਕਰੀ ਹੈ, ਤੇ ਉਹ ਕਹਿਣ ਕੋਈ ਨਹੀਂ, ਤੁਸੀਂ ਸਾਨੂੰ ਪਹਿਲਾਂ ਤਾਂ ਦਿੱਤਾ ਨਹੀਂ, ਹੁਣ ਅਸੀਂ ਲੜੇ ਲੁੜੇ ਹਾਂ, ਤੁਸੀਂ ਡਰ ਜਾਂਦੇ ਸਾਨੂੰ ਦਿੱਤਾ, ਪਰ ਇਹ ਭੁਲੇਖਾ ਨਾ ਰੱਖਿਓ ਵੀ ਅਸੀਂ ਇਸ ਕਰਕੇ ਤੁਹਾਨੂੰ ਵੋਟ ਪਾਵਾਂਗੇ। ਇਹ ਸਾਡਾ ਰਾਈਟ ਸੀ, ਸਾਨੂੰ ਮਿਲ ਗਿਆ, ਅਸੀਂ ਲੜ ਕੇ ਲਿਆ, ਤੁਸੀਂ ਇਹ ਭੁਲੇਖਾ ਨਾ ਰੱਖਿਓ। ਜਿਹਨੇ ਪਾਉਣੀ ਆ ਪਾਵੇ,
ਮਤਲਬ ਸਿਰਫ ਇਸ ਕਰਕੇ ਕਿ ਉਹਨਾਂ ਨੇ ਡੀਏ ਦਿੱਤਾ ਜੀ, ਫਲਾਣਾ ਦਿੱਤਾ ਜੀ, ਉਹ ਤੇ ਵੋਟ ਨਹੀਂ ਪਾਉਣੀ ਚਾਹੀਦੀ, ਕਿਉਂਕਿ ਫਿਰ ਬਕਾਊ ਹੈ। ਫਿਰ ਉਹ ਪੜ੍ਹਿਆ ਲਿਖਿਆ ਵੀ ਬਕਾਊ, ਆਪਾਂ ਕਹਿੰਦੇ ਪੜ੍ਹੇ ਲਿਖੇ ਉਹ ਕਰਨ, ਫਿਰ ਉਹ ਵੀ ਨਾ, ਉਹ ਕਹਿੰਦੇ ਨਾ ਐ ਨਹੀਂ ਪੁੱਗਦਾ, ਤੁਸੀਂ ਦਿੱਤਾ ਤੁਸੀਂ ਨਹੀਂ ਦੇਣਾ ਸੀ ਨਾ ਦਿਓ, ਅਸੀਂ ਆਪੇ ਲੜ ਕੇ ਲੈ ਲਾਂਗੇ ਜਿਹੜਾ ਕੁਝ ਲੈਣਾ। ਸੋ ਅੱਜ ਪੰਜਾਬ ਨੂੰ ਇੱਕ ਕਲੀਨ ਰਾਜਨੀਤੀ ਦੀ ਲੋੜ ਹੈ। ਮੈਨੂੰ ਨਹੀਂ ਉਮੀਦ ਵੀ ਇਹਨਾਂ ਚੋਣਾਂ ਦੇ ਵਿੱਚ ਕੋਈ ਇਹਨਾਂ ਚੋਂ ਬਹੁਤੀ ਵੱਡੀ ਗੱਲ ਕਰਨਗੇ, ਪਰ ਜਿਹੜੀਆਂ ਦੋ ਪਾਰਟੀਆਂ ਅੱਗੇ ਚੱਲ ਰਹੀਆਂ ਸੀ, ਉਹਨਾਂ ਚੋਂ ਕਾਂਗਰਸ ਦੇ ਥੱਲੇ ਪੈਰ ਥੱਲੇ ਬਟੇਰਾ ਆ ਰਿਹਾ ਸੀ। ਉਹ ਮੈਨੂੰ ਲੱਗਦਾ ਵੀ ਜੋ ਕੁਛ ਇਹਨਾਂ ਨੇ ਆ ਕੱਲ੍ਹ ਪਰਸੋਂ 2-3 ਦਿਨਾਂ 'ਚ ਜੋ ਕੁਛ ਹੋਇਆ ਈਡੀ ਦੇ ਮਾਮਲੇ 'ਚ, ਉਹ 'ਚੋਂ ਮੈਨੂੰ ਮੇਰੀ ਤਾਂ ਉਮੀਦ, ਸੱਚੀ ਗੱਲ ਇਹ ਹੈ, ਮੈਂ ਕਦੇ ਨਿਰਾਸ਼ ਨਹੀਂ ਹੁੰਦਾ, ਪਰ ਮੈਨੂੰ ਜਿਹੜੀ ਮਾੜੀ ਮੋਟੀ ਉਮੀਦ ਸੀ ਵੀ ਸ਼ਾਇਦ ਜੋ ਤੁਸੀਂ ਕਿਹਾ ਕਿ ਜੀ ਫੈਡਰਲਿਜ਼ਮ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਹੁਣ ਆਹ ਕਰਨਾ ਪਊਗਾ, ਮੈਨੂੰ ਵੀ ਇਹ ਉਮੀਦ ਸੀ RSS ਨਾਲ ਲੜਨਾ ਪਊਗਾ, ਮੈਨੂੰ ਵੀ ਉਮੀਦ ਸੀ ਵੀ ਲੜਨਗੇ, ਪਰ ਮੈਨੂੰ ਲੱਗਦਾ ਨਹੀਂ ਵੀ ਇਹ RSS ਨਾਲ ਲੜਨ ਦੀ ਗੱਲ ਹੀ ਕਰਦੇ ਨੇ। ਹੈਗੇ ਇਹ ਵੀ ਹਿੰਦੂਵਾਦੀ ਹੋਈ, ਹੈਗੇ ਇਹ ਵੀ ਜਾਤੀਵਾਦੀ ਹੋਈ। ਹੁਣ ਇਹ ਕਾਂਗਰਸ ਉਹ ਕਾਂਗਰਸ ਨਹੀਂ ਰਹੀ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਸੀ। ਹੁਣ ਇਹ ਕਾਂਗਰਸ ਕਿਸੇ ਪਰਿਵਾਰ ਦੀ, ਕਿਸੇ ਲੋਕਾਂ ਦੀ, ਕਿਸੇ ਵਿਅਕਤੀਆਂ ਦੀ ਕਾਂਗਰਸ ਬਣ ਕੇ ਰਹਿ ਗਈ, ਔਰ ਉਹਦੇ ਵਿੱਚ ਬਹੁਤੇ ਜ਼ਿਆਦਾ ਵਪਾਰੀ ਬੰਦੇ ਨੇ, ਉਹਦੇ 'ਚ ਦੇਸ਼ ਭਗਤੀ ਵਾਲੇ ਬੰਦੇ ਨਹੀਂ। ਇਸੇ ਕਰਕੇ ਇਹਨਾਂ ਦੇ 22-23 ਜਿਹੜੇ ਸੀਨੀਅਰ ਲੀਡਰ ਨੇ ਉਹ ਵੀ ਇਹਨਾਂ ਦੇ ਖਿਲਾਫ ਬੋਲਦੇ ਨੇ ਰੋਜ਼। ਬਿਲਕੁਲ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ। ਸਿਆਸਤ ਨਿਤ ਨਵੇਂ ਰੰਗ ਬਦਲ ਰਹੀ ਹੈ, ਲੋਕ ਵੀ ਦੇਖ ਰਹੇ ਨੇ, ਹਤਾਸ਼ ਵੀ ਹੋ ਰਹੇ ਨੇ, ਅੱਜ ਕੀ ਹੋ ਜਾਂਦਾ, ਕੱਲ ਕੀ ਹੋ ਜਾਣਾ। ਕੱਲ ਨੂੰ 6 ਤਰੀਕ ਹੈ, ਰਾਹੁਲ ਗਾਂਧੀ ਪੰਜਾਬ ਆ ਰਹੇ ਨੇ, ਇਹਨਾਂ ਨੇ ਕੀ ਕੁਝ ਕੱਢਣਾ ਸੱਪ, ਉਦੋਂ ਬਾਅਦ ਜਿਹੜਾ ਰੌਲਾ ਕਾਂਗਰਸ ਦਾ ਪੈਣਾ, ਉਹਦੇ ਉੱਤੇ ਨਜ਼ਰ ਰਹੇਗੀ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ।